ਮਿੱਧ ਕੇ ਰੱਖ ਦਿਆਂਗੇ। मैं फिर कहन लग्या थानू बंदा बन के शराफत नाल चोण लड़े, हताश होके वोट पाड़ूगा ते लीरो लीर कर देंगे ਉਹਦਾ सारा समान फड़ के। ਤੁਹਾਨੂੰ ਡਰ ਨਹੀਂ ਲੱਗਦਾ? ਬਾਹੂਬਲੀ ਵੀ ਨੇ ਕਹਿੰਦੇ ਅਸੀਂ ਮਿੱਧ ਕੇ ਰੱਖ ਦਾਂਗੇ, ਕੱਲ ਦਾ ਬਿਆਨ ਆ ਹਲੇ। ਮਿੱਧ ਕੇ ਨਹੀਂ, ਚੀਰ ਕੇ ਰੱਖ ਦਾਂਗੇ, ਮਿੱਧ ਦੇਵਾਂਗੇ। ਇਹ ਬਾਹੂਬਲੀ ਭੁੱਲ ਜਾਣ ਕਿ ਜਿਹੜੀ ਬਦਮਾਸ਼ਾਂ ਦੀ ਤਾਕਤ ਹੁੰਦੀ ਹੈ ਨਾ, ਉਹਦੇ ਨਾਲ ਵੱਡੀ ਤਾਕਤ ਇਨਸਾਨੀਅਤ ਦੀ ਹੁੰਦੀ ਹੈ, ਇਮਾਨਦਾਰੀ ਦੀ ਹੁੰਦੀ ਹੈ, ਬੇਬਾਕੀ ਦੀ ਹੁੰਦੀ ਹੈ। ਮੈਂ ਬੇਬਾਕ ਹਾਂ। ਤੁਸੀਂ ਬਦਮਾਸ਼ੀ ਦੀ, ਗੁੰਡਾਗਰਦੀ ਦੀ, ਵੋਟ ਫਾੜਨ ਦੀ, ਗਾਲਾਂ ਦੀ ਗੱਲ ਕਹਿ ਰਹੇ ਹੋ। ਉਹ ਕਹਿੰਦੇ ਇਹ ਤਾਂ ਤੁਸੀਂ ਕਹਿੰਦੇ ਹੋ ਅਸੀਂ ਰੋਬਿਨ ਹੁੱਡ ਹਾਂ, ਅਸੀਂ ਲੋਕਾਂ ਦੇ ਲਈ ਲੜਦੇ ਹਾਂ, ਨਾ ਕਿ ਆਪਣੇ ਲਈ। ਜਿਹੜਾ ਬਲਾਤਕਾਰ ਕੀਤਾ ਲੋਕਾਂ ਲਈ ਕੀਤਾ, ਜਿਹੜੇ ਮੇਰੇ ਬੋਰਡ ਤੇ ਕਾਲਸ ਲਾ ਗਏ ਉਹ ਲੋਕਾਂ ਲਈ ਕੀਤਾ, ਆ ਮੇਰੇ ਦਫ਼ਤਰ ਬੋਰਡ ਪਾੜ ਗਏ ਉਹ ਲੋਕਾਂ ਲਈ ਕੀਤਾ। ਕੱਲ ਜੋ ਗੁੰਡਾਗਰਦੀ ਕੀਤੀ ਆ, ਬੋਰਡਾਂ ਪਿੱਛੇ ਜੁੱਤਮ ਜੁੱਤੀ ਹੋਏ ਆ, ਪੱਗਾਂ ਲਾਈਆਂ ਇੱਕ ਦੂਜੇ ਦੀਆਂ ਪਈਆਂ, ਪੱਗਾਂ ਲਾ ਕੇ ਲੈ ਗਏ। ਕਿਹੜੇ ਲੋਕਾਂ ਦੀ ਇਹ ਰਾਜਨੀਤੀ ਕਰ ਰਹੇ ਆ? ਇਹ ਆਪਣੀ ਨਿੱਜੀ ਸਵਾਰਥ ਦੀ ਰਾਜਨੀਤੀ ਕਰਦੇ ਆ। ਕਦੇ ਪਾਣੀਆਂ ਦੀ ਗੱਲਾਂ ਕਰ ਲੈਂਦੇ ਆ, ਕਦੇ ਬੈਰੀਅਰ ਤੇ ਚਲੇ ਜਾਂਦੇ ਆ, ਕਦੇ ਰੇਤੇ ਦੀਆਂ ਖਾਨਾਂ ਤੇ ਚਲੇ ਜਾਂਦੇ ਆ। ਪਰ ਇਹ ਲੋਕਾਂ ਦੀ ਲੜਾਈ ਹੋਗੀ ਨਾ। ਕਿਸ ਗੱਲ ਦੀ ਲੋਕਾਂ ਦੀ ਲੜਾਈ ਹੋਈ? ਕਿਹੜੇ ਲੋਕਾਂ ਦੀ ਲੜਾਈ? ਪਾਣੀਆਂ ਦੀ ਲੜਾਈ ਹੈ ਤਾਂ ਲੋਕਾਂ ਦੀ ਲੜਾਈ। ਪਾਣੀਆਂ ਦੀ ਲੜਾਈ, ਹਲਕੇ ਦੀ ਲੜਾਈ ਕੌਣ ਲੜੂਗਾ? ਤੁਸੀਂ ਮੈਨੂੰ ਦੱਸ ਦਿਓ। ਰੇਤਿਆਂ ਤੇ ਖਾਣ ਤੇ ਰੇਤੇ ਨਿਕਲਣੇ ਬੰਦ ਹੋ ਗਏ ਇੱਕ ਵਾਰ ਜਾਣ ਦੇ ਬਾਅਦ। ਖਬਰ ਬਣਾਣੀ ਸੀ, ਬਣਾ ਲਈ। ਬੈਰੀਅਰ ਦੇ ਉੱਤੇ ਰਸ਼ ਨਹੀਂ ਲੱਗਦੇ ਹੁਣ। ਖਬਰ ਬਣਾਣੀ ਸੀ, ਹਿੱਸਾ ਪਾਣਾ ਸੀ, ਪਾ ਲਿਆ। ਜਿਹੜੀ ਤੁਸੀਂ ਕਹਿੰਦੇ ਹੋ ਕਿ ਸਤਲੁਜ ਤੇ ਚਲੇ ਗਏ, ਬੈਰੀਅਰ ਤੇ ਚਲੇ ਗਏ, ਟੋਲ ਬੈਰੀਅਰ ਤੇ ਚਲੇ ਗਏ, ਇਹ ਪਾਸਪੋਰਟ ਦਫ਼ਤਰ ਚਲੇ ਗਏ, ਕੀ ਹੈਗਾ? ਇਹ ਬਾਹੂਬਲੀ ਦਾ ਤਰੀਕਾ ਹੁੰਦਾ। ਬਾਂਹ ਮਰੋੜੋ, ਫਿਰ ਮਫਾਜ਼ ਲੈਣੇ ਸ਼ੁਰੂ ਕਰ ਦਿਓ, ਫਿਰ ਸਭ ਠੀਕ ਹੋ ਜਾਂਦਾ। ਇਲਜ਼ਾਮ ਤਾਂ ਕੋਈ ਵੀ ਲਾ ਸਕਦਾ ਹੈ। ਇਲਜ਼ਾਮ ਦਾ ਮਤਲਬ ਫਿਰ ਚੁੱਪ ਕਿਉਂ? ਉਹਦੇ ਬਾਅਦ ਲੜਾਈ ਨੂੰ ਸਿਰੇ ਕਿਉਂ ਨਹੀਂ ਲਾਇਆ? ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਖਾਸ ਕਰ ਢਾਂਡਾ ਸਾਹਿਬ, ਤੁਸੀਂ ਚਾਹੁੰਦੇ ਨਹੀਂ ਹੈਗੇ ਕਿ ਉਹ ਲੋਕਾਂ 'ਚ ਵਿਚਰ ਸਕਣ, ਇਲੈਕਸ਼ਨ ਲੜ ਸਕਣ। ਇਸ ਤਰ੍ਹਾਂ ਦੇ ਫਿਰ ਇਲਜ਼ਾਮ ਲਾਉਂਦੇ ਨੇ। ਉਹ ਕਹਿੰਦੇ ਘਟੀਆ ਰਾਜਨੀਤੀ ਹੈ। ਮੈਨੂੰ ਦੱਸਣ ਕਿ ਇਹਨਾਂ ਦੇ ਫੋਨ ਕਾਲ ਡਿਟੇਲਸ ਹਰੀਸ਼ ਢਾਂਡੇ ਨੇ ਬਣਾਤੀਆਂ, ਜਿਹੜੀਆਂ ਉੱਥੇ WhatsApp ਤੇ ਮੈਸੇਜ ਭੇਜ ਕੇ ਬੁਲਾਉਂਦਾ ਸੀ। ਇਹਦਾ ਭਰਾ ਕਹਿੰਦਾ ਸੋਹਣਾ ਮੁਖੜਾ ਦਿਖਾ ਦਿਓ, ਹਰੀਸ਼ ਢਾਂਡਾ ਪਾਉਂਦਾ ਸੀ। ਸੋ ਕਾਲਡ ਪੀੜਤਾ ਉਹ ਤਾਂ ਆਪਣੇ ਬਿਆਨਾਂ ਤੋਂ ਮੁੱਕਰ ਗਏ। ਜਿਸ ਪੀੜਤ ਦਾ ਮੈਂ ਕੇਸ ਫੜਿਆ ਉਹ ਅੱਜ ਵੀ ਖੜੀ ਹੈ। ਉਹ ਤਾਂ ਵੱਖ-ਵੱਖ ਸਟੇਟਸ ਹੋ ਰਹੇ ਨੇ, ਅਸੀਂ ਵੀ ਦੇਖ ਰਹੇ ਹਾਂ। ਉਹ ਵੱਖ-ਵੱਖ ਸਟੇਟਸ 'ਚ ਕਿਵੇਂ, ਉੱਥੇ ਇਨਫਲੂਐਂਸ ਕਿਵੇਂ ਕਰ ਸਕਦਾ ਕੋਈ? ਇਸ ਸ਼੍ਰੀਮਾਨ ਜੀ ਦੇ ਪੂਰੇ ਹਿੰਦੁਸਤਾਨ 'ਚ ਏਜੰਟਸ ਹੈ। ਇਹਨਾਂ ਕੋਲ ਮੋਨੋਪੋਲੀ ਹੈ ਸਵਿੰਗ ਮਸ਼ੀਨ ਦੇ ਕੇਸ ਵੇਚਣ ਦੀ ਤੇ ਪਾਰਟਸ ਵੇਚਣ ਦੀ। ਤੁਹਾਨੂੰ ਵੀ ਧਮਕੀਆਂ ਮਿਲਦੀਆਂ ਨੇ? ਮੈਨੂੰ ਸ਼ਰੇਆਮ ਮਿਲਦੀਆਂ, ਰੋਜ਼ ਮਿਲਦੀਆਂ। ਹਰੀਸ਼ ਰਾਏ ਢਾਂਡਾ ਸਾਹਿਬ ਜਦੋਂ ਆਮ ਲੋਕਾਂ ਦੇ ਕੰਮ ਦਫ਼ਤਰਾਂ 'ਚ ਗੇੜੇ ਮਾਰ ਨਹੀਂ ਹੁੰਦੇ ਤਾਂ ਵਿਧਾਇਕ ਕੋਲ ਜਾਣਾ ਜ਼ਰੂਰੀ ਹੈ, ਇਸ ਕਰਕੇ ਜਾਂਦੇ ਨੇ। ਇਹੀ ਕਹਿ ਰਿਹਾ ਨਾ, ਸ਼ਾਸਨ ਮਾੜਾ ਹੈ। ਇਹੀ ਮੈਂ ਕਹਿ ਰਿਹਾ। ਤੁਸੀਂ ਸ਼ਾਸਨ ਸੁਧਾਰਨ ਦੀ ਗੱਲ ਨਹੀਂ ਕਰਦੇ, ਲੋਕਾਂ ਨੂੰ ਨਸ਼ੇ ਤੇ ਲਾਉਂਦੇ ਹੋ ਕਿ ਮੇਰੇ ਦੁਆਰ ਆ, ਮੇਰੇ ਸਾਹਮਣੇ ਗਿੜਗੜਾ, ਮੇਰੇ ਦਫ਼ਤਰ 'ਚ 2 ਘੰਟੇ ਬੈਠ, ਉੱਥੇ ਮੇਲਾ ਲੱਗੇ, ਮੈਂ ਫੋਨ ਕਰਾਂ ਤਾਂ ਕੰਮ ਹੋਵੇ। ਪਰ ਉਹ ਕਹਿੰਦੇ ਸਰਕਾਰ ਤਾਂ ਕਾਂਗਰਸ ਦੀ ਹੈ ਨਾ, ਸਾਡੀ ਸਰਕਾਰ ਥੋੜਾ ਹੈ। ਫਿਰ ਇਹਦੇ ਟੈਲੀਫੋਨ ਤੇ ਕੰਮ ਕਿਵੇਂ ਹੁੰਦਾ? ਜੇ ਸਰਕਾਰ ਕਾਂਗਰਸ ਦੀ ਹੈ ਫਿਰ ਟੈਲੀਫੋਨ ਤੇ ਕੰਮ ਕਿਵੇਂ ਹੁੰਦਾ? ਤੁਸੀਂ ਦੱਸ ਦਿਓ। ਇੱਕ ਪਾਸੇ ਡਰਾ ਕੇ ਪੂਰਾ ਆਤਮਨਗਰ ਭਰਿਆ ਪਿਆ, ਇੱਕ ਕੋਠੀ ਤੇ 4-4 ਬੋਰਡ ਲਾਏ ਪਏ ਆ। ਖਬਰਦਾਰ ਜੇ ਦੂਜੇ ਦਾ ਬੋਰਡ ਲਾਇਆ। ਕਰਬਲ ਦਾ ਅਲੱਗ ਖੌਫ ਹੈ, ਇਹਦਾ ਅਲੱਗ ਖੌਫ ਹੈ। ਬਦਮਾਸ਼ੀ ਕਰਦੇ ਨੇ, ਗੁੰਡਾਗਰਦੀ ਕਰਦੇ ਨੇ, ਖੌਫ ਹੈ। ਦੋਹੇ ਮਸੇਰੇ ਭਰਾ ਨੇ, ਤੁਸੀਂ ਕਿਵੇਂ ਲੜੋਗੇ ਉਹਨਾਂ ਨਾਲ? ਅੱਤ ਤੇ ਖੁਦਾ ਦਾ ਵੈਰ ਹੁੰਦਾ। ਉਹ ਕਹਿੰਦਾ ਹੈ ਕਿ ਮੈਂ ਕੰਮ ਕਰਦਾ, ਦੀਵਾ ਬਾਲਦਾ। ਇਹ ਕਹਿੰਦਾ ਮੈਂ 20,000 ਦੇ ਚੈੱਕ ਵੰਡ ਦੂੰ, ਸਰਕਾਰ ਦੇ ਪੈਸੇ। ਮੈਨੂੰ ਨਹੀਂ ਸਮਝ ਆਇਆ ਕਰਬਲ ਸਾਹਿਬ ਕਿੱਦਾਂ ਵੰਡਦੇ ਸੀ, ਕਿਸ ਹੈਸੀਅਤ 'ਚ ਵੰਡਦੇ ਸੀ। ਭਗਵੰਤ ਮਾਨ ਨੂੰ ਸੀਐਮ ਐਲਾਨਤਾ, ਕੇਜਰੀਵਾਲ ਕਹਿੰਦੇ ਇੱਕ ਮੌਕਾ ਕੇਜਰੀਵਾਲ ਨੂੰ ਲੋਕ ਦੇਣਗੇ। ਮਾਨ ਸਾਹਿਬ ਨੂੰ ਪ੍ਰਧਾਨ ਤੁਸੀਂ ਸੀਐਮ ਦਾ ਕੈਂਡੀਡੇਟ ਡਿਕਲੇਅਰ ਕੀਤਾ ਤਾਂ ਕੇਜਰੀਵਾਲ ਦਾ ਕੀ ਤਾਲੁਕ ਹੈ? ਦੱਸਣ ਦਿੱਲੀ ਮਾਡਲ ਦੇ ਵਿੱਚ ਇੱਕ ਨਵਾਂ ਚੰਗੇ ਸਕੂਲ, ਇੱਕ ਨਵਾਂ ਸਕੂਲ ਦੱਸਣ, ਮੁਹੱਲਾ ਕਲੀਨਿਕ। ਮੈਂ ਕਹਿੰਦਾ ਇੱਕ ਨਵਾਂ ਹਸਪੀਟਲ ਜਾਂ ਇੱਕ ਕਲੀਨਿਕ ਖੋਲੀ ਦਿਖਾ ਦੇ। 16,000 ਕਹਿੰਦੇ ਪੰਜਾਬ 'ਚ ਖੋਲਾਂਗੇ, ਸਾਡੀ ਸਰਕਾਰ ਬਣਾਓ। ਉਹਨਾਂ ਨੂੰ ਕੋ ਦਿੱਲੀ 'ਚ ਕਿੰਨੇ ਹਜ਼ਾਰ ਖੋਲੇ ਆ? ਪਰ ਉਹ ਕਹਿੰਦੇ ਵੀ ਇੱਕ ਮੌਕਾ ਕੇਜਰੀਵਾਲ ਨੂੰ, ਇਸੇ ਕਰਕੇ ਤਾਂ ਲਿਖਿਆ ਹੈ। ਇਹਨਾਂ ਦੀ ਗੱਲ ਨਹੀਂ ਕਿ ਕੇਜਰੀਵਾਲ ਨੂੰ ਦਿਓ। ਕੇਜਰੀਵਾਲ ਦਾ ਕੀ ਰੋਲ ਹੈ? ਇਹਦਾ ਮਤਲਬ ਕੇਜਰੀਵਾਲ ਸਰਕਾਰ ਚਲਾਊ ਪੰਜਾਬ 'ਚ? ਮੈਨੂੰ ਇੱਕ ਗੱਲ ਦੱਸੋ, ਕਿਆ ਸੰਵਿਧਾਨ ਨੂੰ ਛਿੱਕੇ ਟੰਗ ਦੇਣਗੇ? ਕਿਆ ਸਰਕਾਰ ਜਿਹੜੇ ਜੇ ਬਣਦੀ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਨਹੀਂ ਚਲਾਊ, ਉਹ ਕੇਜਰੀਵਾਲ ਚਲਾਊ? ਤੁਹਾਡੇ ਯਾਦ ਹੋਵੇ ਪਹਿਲੀ ਪੀਸੀ ਕੀਤੀ ਸੀਐਮ ਚੰਨੀ ਨੇ, ਕਹਿੰਦਾ ਰੇਤੇ ਵਾਲੇ ਮੇਰੇ ਕੋਲ ਨਾ ਆਇਓ। ਇਹ ਗੱਲ ਕਹੀ ਉਹਨਾਂ ਨੇ। ਆਉਣ ਦੀ ਲੋੜ ਹੀ ਨਹੀਂ। ਮੇਰੇ ਭਾਂਜੇ ਕੋਲ ਜਾਈਓ, ਮੇਰੇ ਭਤੀਜੇ ਕੋਲ ਜਾਈਓ, ਮੇਰੇ ਭਰਾ ਕੋਲ ਜਾਈਓ, ਉਹਦੇ ਕੋਲ ਕੀ ਕਰਨਾ? ਸਿੱਧੂ ਸਾਹਿਬ ਕਹਿੰਦੇ ਕਿ ਪੰਜਾਬ ਮਾਡਲ ਮੈਂ 2-2 ਹਜ਼ਾਰ ਰੁਪਇਆ, 8 ਸਿਲੰਡਰ, 5ਵੀਂ ਪਾਸ 5,000 ਲੈ ਲਓ, 10ਵੀਂ ਪਾਸ 10,000, 12ਵੀਂ ਪਾਸ 12,000, ਸਕੂਟੀ ਮੈਂ ਦਊਂ ਕਾਲਜ ਜਾਣ ਨੂੰ। ਪਹਿਲਾਂ ਰਾਜਾ ਵੜਿੰਗ ਵੀ ਕਹਿੰਦੇ ਸੀ। ਰਾਜਾ ਵੜਿੰਗ ਕਹਿੰਦੇ ਸੀ ਕਿ 2-2 ਨੋਵਾ ਕਾਰਾਂ ਆਉਣਗੀਆਂ, ਟੁੰਬਾਂ ਮਿਲਣਗੀਆਂ, ਮੁੰਡਾ ਜੰਮੂ ਤਾਂ ਤੜੱਗੀ ਮਿਲੂਗੀ, ਮੈਂ ਫਿਰ ਸਕੂਟਰੀ ਦਊਂਗਾ, ਐਂ ਕਰਕੇ ਦੱਸਦੇ ਸੀ। ਇਹ ਦੇਖੋ, ਇਹ ਮਜ਼ਾਕ ਬਣਾ ਰਿਹਾ, ਲੋਕਾਂ ਨੂੰ ਇਡੀਅਟ ਸਮਝਦੇ, ਪਾਗਲ ਸਮਝਦੇ। ਪਹਿਲਾਂ ਤਾਂ ਤੁਸੀਂ ਪਿਛਲੇ ਝੂਠ ਦਾ ਦੱਸੋ ਕਿ ਤੁਸੀਂ ਘਰ ਘਰ ਨੌਕਰੀ ਕਿਹਨੂੰ ਦਿੱਤੀ? ਤੁਸੀਂ ਉਹ ਤਾਂ ਕੈਪਟਨ ਸਾਹਿਬ ਨੇ ਦੇਣੀ ਸੀ, ਉਹ ਕਹਿੰਦੇ ਸਾਡੀ ਪਾਰਟੀ 'ਚ ਹੈ ਨਹੀਂ।
ਹੋਣ ਨਾ ਹੋਣ, ਕੈਪਟਨ ਸਾਹਿਬ ਦੇ ਅੰਦਰ ਇਹ ਮੰਤਰੀ ਸੀ ਕਿ ਨਹੀਂ ਸੀ? ਸਿੱਧੂ ਸਾਹਿਬ ਦੱਸਣ ਕਿ ਤੁਸੀਂ 2.5 ਉਹ ਕਹਿੰਦਾ ਮੈਂ 3 ਸਾਲ ਘਰੇ ਬੈਠਾ ਰਿਹਾ, ਮੈਂ ਕਿਤੇ ਨਹੀਂ। ਜਿਹੜਾ 2 ਸਾਲ ਸਰਕਾਰ 'ਚ ਬੈਠੇ ਸੀ ਉਹਦਾ ਦੱਸ ਦੇਣ ਕਿ ਉਦੋਂ ਕੀ ਕੀਤਾ ਸੀ ਸਿੱਧੂ ਸਾਹਿਬ ਨੇ। ਉਹ ਕਹਿੰਦੇ ਮੇਰੀ ਚੱਲੀ ਨਹੀਂ ਉਦੋਂ, ਮੇਰੀ ਗੱਲ ਕੋਈ ਸੁਣਦਾ ਨਹੀਂ। ਚੱਲਦੀ ਤੇ ਆਉਣੀ ਤੇ ਹੁਣ ਵੀ ਨਹੀਂ। ਮਰਾਸੀਆਂ ਵਾਂਗੂ ਬੋਲਣਾ ਬਹੁਤ ਲੋਕਾਂ ਨੂੰ ਚੰਗਾ ਲੱਗਦਾ, ਤਾੜੀ ਵੱਜ ਜਾਂਦੀ ਹੈ, ਪਰ ਲੋਕ ਸਮਝਦੇ ਹੈ। ਪਰ ਅਕਾਲੀ ਦਲ ਕੋਲ ਕੀ ਹੈ ਫਿਰ? ਜੇ ਤੁਸੀਂ ਕੰਡੈਮ ਕਰਦੇ ਹੋ ਕਿ ਆਮ ਆਦਮੀ ਪਾਰਟੀ ਕੋਲ ਕੁਝ ਨਹੀਂ, ਕਾਂਗਰਸ ਕੋਲ ਕੁਝ ਨਹੀਂ, ਫਿਰ ਅਕਾਲੀ ਦਲ ਕੋਲ ਕੀ ਹੈ ਲੋਕਾਂ ਲਈ? ਅਜਿਹਾ ਕੀ ਹੈ ਜਿਹੜਾ ਅਕਾਲੀ ਦਲ ਦੇ ਸਮੇਂ ਹੁੰਦਾ ਸੀ ਕਾਂਗਰਸ ਨੇ ਨਹੀਂ ਕੀਤਾ? ਅਜਿਹਾ ਕੀ ਹੈ ਜਿਹੜਾ ਅਕਾਲੀ ਦਲ ਨੇ ਕੀਤਾ ਸੀ ਤੇ ਕਾਂਗਰਸ ਨੇ ਕਰਤਾ ਨਹੀਂ ਕੀਤਾ ਸੀ? ਤੁਸੀਂ ਮੈਨੂੰ ਦੱਸੋ। ਖਜ਼ਾਨਾ ਖਾਲੀ ਦੇ ਇਲਾਵਾ ਕੁਝ ਕਿਹਾ ਅਕਾਲੀ ਦਲ ਨੇ? ਕਦੇ ਕਿਹਾ ਖਜ਼ਾਨਾ ਖਾਲੀ? ਜਾਂ ਪਰ ਲਾਸਟ 'ਚ ਤਾਂ ਖਜ਼ਾਨਾ ਖੋਲਤਾ ਕਹਿੰਦਾ ਹੁਣ। ਲਾਸਟ ਖੋਲ ਲਿਆ ਕਾਹਦਾ ਹੈ? ਗਵਰਨਮੈਂਟ ਆਫ ਇੰਡੀਆ ਤੋਂ 3500 ਕਰੋੜ ਜਿਹੜਾ ਲਿਆ ਹੈ ਉਹਨੂੰ ਵੰਡਣਾ ਸ਼ੁਰੂ ਕਰ ਲਿਆ। 36000 ਮੁਲਾਜ਼ਮਾਂ ਦੇ ਬੋਰਡ ਨਹੀਂ ਦੇਖੇ ਤੁਸੀਂ ਪੰਜਾਬ 'ਚ ਲੱਗੇ ਪੱਕੇ ਮੁਲਾਜ਼ਮ? 36000 ਘੱਟ ਲਿਖਤੇ 3,60,000 ਲਿਖ ਦਿੰਦੇ। ਜੇ ਗੱਪ ਹੀ ਲਾਣੀ ਸੀ ਤਾਂ ਹੋਰ ਛਾਲ ਮਾਰ ਲੈਂਦੇ। ਸੀਐਮ ਚੰਨੀ ਦੀ ਗੱਲ ਕਰੀਏ, ਉਹ ਕਹਿੰਦੇ ਕਿ ਮੇਰੇ ਵਰਗਾ ਆਮ ਆਦਮੀ ਕੋਈ ਨਹੀਂ, ਮੈਂ ਗਰੀਬ ਦਾ ਮੁੰਡਾ, ਮੈਂ ਸਧਾਰਨ ਪਰਿਵਾਰ ਚੋਂ ਆਇਆ, ਪਰ ਮੇਰੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਨੇ। ਈਡੀ ਦੀ ਰੇਡ ਪਵਾਤੀ ਪੀਐਮ ਸਾਹਿਬ ਨੇ। 10 ਕਰੋੜ ਕਹਿੰਦੇ ਮੈਨੂੰ ਨਹੀਂ ਪਤਾ ਕਿੱਥੋਂ, ਜਿਹੜੇ ਭਾਣਜੇ ਤੋਂ ਫੜੇ। 10 ਕਰੋੜ ਇੱਕ ਆਮ ਆਦਮੀ ਤੋਂ ਫੜਿਆ ਜਾਵੇ ਤਾਂ ਮੈਂ ਸਮਝਦਾ ਇੱਥੇ ਅਮੀਰ ਆਦਮੀ ਦੀ ਲੋੜ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਵਿਧਾਨ ਸਭਾ ਚੋਣਾਂ ਨੂੰ ਸਿਰਫ ਚੰਦ ਦਿਨ ਬਾਕੀ ਰਹਿ ਗਏ ਨੇ। ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਤੱਕ ਪਹੁੰਚ ਕਰ ਰਹੇ ਨੇ ਤੇ ਆਤਮ ਨਗਰ ਹਲਕਾ ਬੇਹੱਦ ਦਿਲਚਸਪ ਬਣਿਆ ਹੋਇਆ ਏ। ਇੱਥੇ ਅਕਾਲੀ ਬਸਪਾ ਦੇ ਵੱਲੋਂ ਹਰੀਸ਼ ਰਾਏ ਢਾਂਡਾ ਨੇ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਤੇ ਕਾਂਗਰਸ ਦੇ ਵੱਲੋਂ ਕਮਲਜੀਤ ਸਿੰਘ ਕੜਵਲ ਨੇ, ਆਪ ਵੱਲੋਂ ਕੁਲਵੰਤ ਸਿੰਘ ਸਿੱਧੂ ਨੇ। ਮੁਕਾਬਲਾ ਕਾਫੀ ਦਿਲਚਸਪ ਹੈ ਤੇ ਇਸ ਵੇਲੇ ਸਾਡੇ ਨਾਲ ਹਰੀਸ਼ ਰਾਏ ਢਾਂਡਾ ਜੀ ਨੇ। ਢਾਂਡਾ ਸਾਹਿਬ ਸਵਾਗਤ ਹੈ ਤੁਹਾਡਾ। ਧੰਨਵਾਦ ਸਰ। ਟਾਂਡਾ ਸਾਹਿਬ, ਦਿਲਚਸਪ ਮੁਕਾਬਲਾ ਇਸ ਕਰਕੇ ਵੀ ਕਹਿ ਰਹੇ ਹਾਂ ਕਿ ਸਿਮਰਜੀਤ ਬੈਂਸ, ਕਮਲਜੀਤ ਕੜਵਲ ਤੇ ਸਿੱਧੂ ਸਾਹਿਬ ਤੇ ਤੁਸੀਂ, ਤੇ ਫਾਈਟ ਜਿਹੜੀ ਆ ਬਹੁਤ ਦਿਲਚਸਪ ਹੈ। ਪੰਜਾਬ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਕਿਉਂਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ ਬੈਂਸ ਸਾਹਿਬ, 2 ਵਾਰ ਦੇ ਮੌਜੂਦਾ, ਹੁਣ ਵੀ ਵਿਧਾਇਕ ਨੇ, ਪਹਿਲਾਂ ਵੀ ਵਿਧਾਇਕ ਰਹੇ ਨੇ। ਤੁਸੀਂ ਕਿਵੇਂ ਦੇਖਦੇ ਹੋ ਇਸ ਮੁਕਾਬਲੇ ਨੂੰ? ਇਹ ਮੁਕਾਬਲੇ ਦੇ ਵਿੱਚ ਬਹੁਤ ਸਵਾਲ ਉੱਠਣ ਵਾਲੇ ਹੈ ਜੀ। ਸਵਾਲ ਉੱਠਣ ਵਾਲੇ ਹੈ ਕਿ ਜਿਹੜੇ 10 ਸਾਲ ਤੋਂ ਵਿਧਾਇਕ ਹੈ ਉਹ ਇੱਕ ਗੱਲ ਤਾਂ ਜ਼ਰੂਰ ਕਹਿੰਦੇ ਹੈ ਕਿ ਮੈਂ ਤਾਂ ਆਪਣੀ ਚਰਬੀ ਦਾ ਦੀਵਾ ਬਾਲ ਕੇ 16 ਘੰਟੇ ਸੇਵਾ ਕਰਦਾ, ਪਰ ਉਹ ਇਹਦਾ ਜਵਾਬ ਲੋਕ ਮੰਗਣਗੇ ਕਿ ਤੇਰੇ ਦਰਾਂ ਤੇ ਜਾਣ ਦੀ ਲੋੜ ਕਿਉਂ ਪੈਂਦੀ ਹੈ, ਸੁਵਿਧਾ ਕੇਂਦਰ ਬੰਦ ਕਿਉਂ ਕਰਤੇ ਤਾਂ ਕਿ ਲੋਕ ਆਪਣੇ ਕੰਮ ਆਪ ਨਾ ਕਰਾ ਲੈਣ। ਸਵਾਲ ਇਹ ਵੀ ਹੈ ਕਿ ਗੁੰਡਾਗਰਦੀ ਦੀ ਰਾਜਨੀਤੀ, ਬਦਮਾਸ਼ੀ ਦੀ ਰਾਜਨੀਤੀ, ਬੋਰਡ ਪਾੜਨੇ, ਕੁੱਟਣਾ, ਗਾਲਾਂ ਕੱਢਣੀਆਂ, ਮੰਦਾ ਬੋਲਣਾ। ਤੁਸੀਂ ਆ 2 ਦਿਨ ਪਹਿਲਾਂ ਹੀ, ਕੱਲ੍ਹ ਦੀ ਗੱਲ ਹੀ ਦੇਖ ਲਓ ਕੀ ਹਾਲਾਤ ਹੋਏ ਹੈ। ਮੇਰੇ ਬੋਰਡ ਬਣ ਜਾਂਦੇ ਆ ਰੋਜ਼ ਆ ਕੇ। ਦੇਖੋ, ਇਹ ਵੀ ਲੋਕਾਂ ਨੇ ਪੁੱਛਣਾ ਕਿ ਇਲਾਕੇ ਲਈ ਕੀਤਾ ਕੀ ਤੁਸੀਂ? ਮੈਂ ਇਸ ਤੇ ਆਉਂਦਾ ਇਲਾਕੇ ਲਈ ਕੀਤਾ ਕੀ, ਪਰ ਪਹਿਲਾਂ ਜਿਹੜੀ ਤੁਸੀਂ ਬਦਮਾਸ਼ੀ ਦੀ, ਗੁੰਡਾਗਰਦੀ ਦੀ, ਬੋਰਡ ਫਾੜਨ ਦੀ, ਗਾਲਾਂ ਦੀ ਗੱਲ ਕਹਿ ਰਹੇ ਹੋ, ਉਹ ਕਹਿੰਦੇ ਤਾਂ ਤੁਸੀਂ ਕਹਿੰਦੇ ਹੋ ਅਸੀਂ ਰੋਬਿਨ ਹੁੱਡ ਹਾਂ, ਅਸੀਂ ਲੋਕਾਂ ਦੇ ਲਈ ਲੜਦੇ ਹਾਂ ਨਾ ਕਿ ਆਪਣੇ ਲਈ। ਜਿਹੜਾ ਬਲਾਤਕਾਰ ਕੀਤਾ ਉਹ ਲੋਕਾਂ ਲਈ ਕੀਤਾ। ਜਿਹੜੇ ਮੇਰੇ ਬੋਰਡ ਤੇ ਕਾਲਸ ਲਾ ਗਏ ਉਹ ਲੋਕਾਂ ਲਈ ਕੀਤਾ। ਆ ਮੇਰੇ ਦਫ਼ਤਰ ਦਾ ਬੋਰਡ ਪਾੜ ਗਏ ਉਹ ਲੋਕਾਂ ਲਈ ਕੀਤਾ। ਕੱਲ ਜੋ ਗੁੰਡਾਗਰਦੀ ਕੀਤੀ ਆ, ਬੋਰਡਾਂ ਪਿੱਛੇ ਜੁੱਤਮ ਜੁੱਤੀ ਹੋਏ ਆ, ਪੱਗਾਂ ਲਾਈਆਂ, ਇੱਕ ਦੂਜੇ ਦੀਆਂ ਪੱਗਾਂ ਲਾ ਕੇ ਲੈ ਗਏ, ਕਿਹੜੇ ਲੋਕਾਂ ਦੀ ਇਹ ਰਾਜਨੀਤੀ ਕਰ ਰਹੇ ਆ? ਇਹ ਆਪਣੀ ਨਿੱਜੀ ਸਵਾਰਥ ਦੀ ਰਾਜਨੀਤੀ ਕਰਦੇ ਆ। ਕਦੇ ਪਾਣੀਆਂ ਦੀਆਂ ਗੱਲਾਂ ਕਰ ਲੈਂਦੇ ਆ, ਕਦੇ ਬੈਰੀਅਰ ਤੇ ਚਲੇ ਜਾਂਦੇ ਆ, ਕਦੇ ਰੇਤੇ ਦੀਆਂ ਖਾਨਾਂ ਤੇ ਚਲੇ ਜਾਂਦੇ ਆ, ਕਦੇ ਪਾਸਪੋਰਟ ਆਫਿਸ ਚਲੇ ਜਾਂਦੇ ਆ, ਕਦੇ ਮਿਲਕ ਪਲਾਂਟ ਚਲੇ ਜਾਂਦੇ ਆ। ਕੋਈ ਲੜਾਈ ਸਿਰੇ ਲਾਈ ਇਹਨਾਂ ਨੇ ਕਦੇ? ਪਰ ਇਹ ਲੋਕਾਂ ਦੀ ਲੜਾਈ ਹੋ ਗਈ ਨਾ। ਕਿਸ ਗੱਲ ਦੀ ਲੋਕਾਂ ਦੀ ਲੜਾਈ ਹੋਈ? ਕਿਹੜੇ ਲੋਕਾਂ ਦੀ ਲੜਾਈ? ਜੇ ਪਾਣੀਆਂ ਦੀ ਲੜਾਈ ਹੈ ਤਾਂ ਲੋਕਾਂ ਦੀ ਲੜਾਈ ਹੈ। ਪਾਣੀਆਂ ਦੀ ਲੜਾਈ, ਹਲਕੇ ਦੀ ਲੜਾਈ ਕੌਣ ਲੜੂਗਾ? ਅੱਜ ਤੇ ਹਲਕੇ ਲਈ ਕੌਣ ਬੋਲੂਗਾ? ਪੂਰੇ ਪੰਜਾਬ ਦੀ ਇੱਕ ਵੱਡੀ ਲਿਫਾਫਿਆਂ ਦੀ ਰਾਜਨੀਤੀ ਕਰਦੇ ਨਹੀਂ, ਆਪਣੇ ਹਲਕੇ ਲਈ ਕੁਝ ਕਰਨਾ ਨਾ। ਤੁਸੀਂ ਮੈਨੂੰ ਦੱਸ ਦਿਓ, ਰੇਤਿਆਂ ਤੇ ਖਾਣ ਤੇ ਰੇਤੇ ਨਿਕਲਣੇ ਬੰਦ ਹੋ ਗਏ ਇੱਕ ਵਾਰ ਜਾਣ ਦੇ ਬਾਅਦ? ਖਬਰ ਬਣਾਣੀ ਸੀ, ਬਣਾ ਲਈ। ਬੈਰੀਅਰ ਦੇ ਉੱਤੇ ਰਸ਼ ਨਹੀਂ ਲੱਗਦੇ ਹੁਣ? ਖਬਰ ਬਣਾਣੀ ਸੀ, ਹਿੱਸਾ ਪਾਣਾ ਸੀ, ਪਾ ਲਿਆ। ਕਿਹੜੇ ਹਿੱਸੇ ਦੀ ਗੱਲ ਕਰਦੇ ਹੋ ਤੁਸੀਂ? ਟੋਲ ਪਲਾਜ਼ੇ ਦੀ ਗੱਲ ਕਰ ਰਹੇ ਹੋ ਨਾ, ਕਿ ਟੋਲ ਪਲਾਜ਼ੇ ਤੇ ਗਏ, ਉੱਥੇ ਆਵਾਜਾਈ ਖੁਲਵਾਤੀ। ਆਵਾਜਾਈ ਕਿਹੜੀ ਖੁਲਵਾਤੀ? ਜਿਸ ਦਿਨ ਗਏ ਉਸ ਦਿਨ ਦੀ ਆਵਾਜਾਈ ਨੂੰ ਕੌਣ ਲੈ ਕੇ ਗੱਲ ਕਰਦਾ ਹੈ? ਜਿਹੜੀ ਰੋਜ਼ਾਨਾ ਦੀ ਆਵਾਜਾਈ ਹੈ ਉਹਦੇ ਤੇ ਕੌਣ ਗੱਲ ਕਰੂਗਾ? ਜਿਹੜੀ ਰੋਜ਼ ਹੁੰਦੀ ਹੈ ਉਹਦਾ ਸੰਵਿਧਾਨ ਕੀ ਹੋਇਆ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਤੁਸੀਂ ਕਹਿੰਦੇ ਹੋ ਕਿ ਸਤਲੁਜ ਦੇ ਚਲੇ ਗਏ, ਬੈਰੀਅਰ ਤੇ ਚਲੇ ਗਏ, ਟੋਲ ਬੈਰੀਅਰ ਤੇ ਚਲੇ ਗਏ, ਇਹ ਪਾਸਪੋਰਟ ਦਫ਼ਤਰ ਚਲੇ ਗਏ, ਕੀ ਹੈਗਾ? ਇਹ ਬਾਹੂਬਲੀ ਦਾ ਤਰੀਕਾ ਹੁੰਦਾ। ਬਾਂਹ ਮਰੋੜੋ, ਫਿਰ ਮਫਾਜ਼ ਲੈਣੇ ਸ਼ੁਰੂ ਕਰ ਦਿਓ, ਫਿਰ ਸਭ ਠੀਕ ਹੋ ਜਾਂਦਾ ਹੈ। ਇਲਜ਼ਾਮ ਤਾਂ ਕੋਈ ਵੀ ਲਾ ਸਕਦਾ ਹੈ। ਇਲਜ਼ਾਮ ਦਾ ਮਤਲਬ ਫਿਰ ਚੁੱਪ ਕਿਉਂ? ਉਹਦੇ ਬਾਅਦ ਲੜਾਈ ਨੂੰ ਸਿਰੇ ਕਿਉਂ ਨਹੀਂ ਲਾਇਆ? ਹੁਣ ਵੀ ਖੁੱਲ੍ਹੇਆਮ ਘੁੰਮਦੇ ਨੇ, ਰੇਪ ਦੇ ਇਲਜ਼ਾਮ ਨੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿ ਦਿੱਤਾ ਇਹ ਇੱਕ ਹੋਰ ਕੇਸ ਦੇ ਵਿੱਚ ਗੈਰ ਜ਼ਮਾਨਤੀ ਵਾਰੰਟ ਨੇ, ਪਰ ਕਿਉਂ ਨਹੀਂ ਫਿਰ ਸਮਰੱਥ ਪੁਲਿਸ ਫੜ ਲੈਂਦੀ ਨਾ? ਕੱਲ ਵੀ ਇੱਥੇ ਘੁੰਮਦੇ ਨੇ, ਅੱਜ ਵੀ ਇੱਥੇ ਘੁੰਮਦੇ ਨੇ। ਇਹ ਤਾਂ ਪੁਲਿਸ ਜਵਾਬ ਦਊ, ਇਹ ਮੌਜੂਦਾ ਸਰਕਾਰ ਜਵਾਬ ਦਊ ਕਿ ਤੁਸੀਂ ਕਿਉਂ ਨਹੀਂ ਫੜਦੇ। ਹੁਣ ਸਿਮਰਜੀਤ ਸਿੰਘ ਬੈਂਸ ਦੇ ਅੱਜ
ਇਸ਼ਤਿਹਾਰ ਲੱਗ ਕੇ ਬਿਆਨ ਹੋ ਗਏ ਕਿ ਵਾਂਟਡ ਬਾਈ ਲਾਅ ਹੈ, ਜੇ 30 ਦਿਨ 'ਚ ਹਾਜ਼ਰ ਨਹੀਂ ਹੁੰਦਾ ਤਾਂ ਇਹਨੂੰ ਪੀਓ ਡਿਕਲੇਅਰ ਕਰ ਦਿੱਤਾ ਜਾਊਗਾ। ਉਹ ਭਗੌੜਾ ਤਾਂ ਕਹਿ ਦਿੱਤਾ ਉਹਨਾਂ ਨੇ ਕਿ ਭੱਜਿਆ ਹੋਇਆ। ਪੀਓ ਮੀਨਸ ਪ੍ਰੋਕਲੇਮਡ ਅਫੈਂਡਰ, ਇਸ਼ਤਿਹਾਰੀ ਮੁਲਜ਼ਮ। ਉਹਦੇ ਆਰਡਰ ਅੱਜ ਜੱਜ ਨੇ ਕਰ ਦੇਣੇ ਹੈ ਕਿ 1 ਮਹੀਨੇ 'ਚ ਆ ਜਾ, ਨਹੀਂ ਤਾਂ ਤੇਰੇ ਤੇ ਹੋ ਜਾਣਗੇ। ਮੈਨੂੰ ਦੱਸੋ, ਉਹੀ ਐਸਐਚਓ ਜਿਹੜਾ ਦਿੰਦਾ ਕਿ ਮਿਲਿਆ ਨਹੀਂ, ਕੱਲ ਉਹੀ ਐਸਐਚਓ ਦੇ ਕੋਲ ਖੜਾ ਸੀ, ਰਵਚਰਨ ਬਰਾੜ ਕੋਲ ਖੜ ਕੇ ਗੱਲਾਂ ਕਰ ਰਿਹਾ। ਡਰ ਕੀ ਹੈ? ਕਾਂਗਰਸ ਦੀ ਸਰਕਾਰ ਸੀਗੀ, ਹੁਣ ਤਾਂ ਇਲੈਕਸ਼ਨ ਕਮਿਸ਼ਨ ਹੈ, ਹੁਣ ਕਿਉਂ ਹੈ? ਕੀ ਹੋ ਰਿਹਾ ਹੈ? ਇਲੈਕਸ਼ਨ ਕਮਿਸ਼ਨ ਨੇ ਜਵਾਬ ਮੰਗਿਆ ਇਹਨਾਂ ਤੋਂ, ਕਮਿਸ਼ਨਰ ਸਾਹਿਬ ਤੋਂ। ਇਹ ਕਹਿੰਦੇ ਕਿ ਮੈਂ ਤਾਂ ਅਦਾਲਤ 'ਚ ਚਲਾਨ ਦੇ ਦਿੱਤਾ, ਹੁਣ ਮਾਮਲਾ ਲੰਬਿਤ ਅਦਾਲਤ 'ਚ ਹੈ। ਇਹ ਬਿਲਕੁਲ ਸਰਾਸਰ ਝੂਠਾ ਬਿਆਨ ਦਿੱਤਾ ਕਮਿਸ਼ਨਰ ਸਾਹਿਬ ਨੇ। ਉੱਥੇ ਬਿਆਨ ਇਹ ਹੋਣਾ ਚਾਹੀਦਾ ਸੀ ਕਿ ਤੁਸੀਂ ਇਹਨੂੰ ਫੜਦੇ ਕਿਉਂ ਨਹੀਂ, ਜਦ 3 ਵਾਰ ਵਾਰੰਟਸ ਆਏ ਆ, ਤੁਸੀਂ ਅਰੈਸਟ ਕਿਉਂ ਨਹੀਂ ਕਰਦੇ? ਜਿਹੜੇ ਰੇਪ ਦੇ ਇਲਜ਼ਾਮ ਲੱਗੇ ਨੇ, ਉਹ ਕਹਿੰਦੇ ਕਿ ਪੋਲੀਟੀਕਲ ਸਾਰਾ ਹੈਗਾ, ਸਿਆਸਤ ਤੋਂ ਪ੍ਰੇਰਿਤ ਹੈਗੀਆਂ ਨੇ ਚੀਜ਼ਾਂ, ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਖਾਸ ਕਰ ਢਾਂਡਾ ਸਾਹਿਬ, ਤੁਸੀਂ ਚਾਹੁੰਦੇ ਨਹੀਂ ਹੈਗੇ ਕਿ ਉਹ ਲੋਕਾਂ 'ਚ ਵਿਚਰ ਸਕਣ, ਇਲੈਕਸ਼ਨ ਲੜ ਸਕਣ। ਇਸ ਤਰ੍ਹਾਂ ਦੇ ਫਿਰ ਇਲਜ਼ਾਮ ਲਾਉਂਦੇ ਨੇ। ਉਹ ਕਹਿੰਦੇ ਘਟੀਆ ਰਾਜਨੀਤੀ ਹੈ ਇਹ। ਮੈਨੂੰ ਇੱਕ ਗੱਲ ਦੱਸੋ, ਇਹ ਘਟੀਆ ਰਾਜਨੀਤੀ ਤਾਂ ਕਹਿ ਦੇਣਾ ਬਹੁਤ ਸੌਖਾ ਹੈ, ਇਹਦੇ ਇਲਾਵਾ ਇਹਨਾਂ ਕੋਲ ਬਹਾਨਾ ਕੀ ਹੈ ਹੋਰ ਕਹਿਣ ਲਈ? ਮੈਨੂੰ ਦੱਸਣ ਕਿ ਇਹਨਾਂ ਦੇ ਫੋਨ ਕਾਲ ਡਿਟੇਲਸ ਹਰੀਸ਼ ਢਾਂਡੇ ਨੇ ਬਣਾਤੀਆਂ, ਜਿਹੜੀਆਂ ਉੱਥੇ WhatsApp ਤੇ ਮੈਸੇਜ ਭੇਜ ਕੇ ਬੁਲਾਉਂਦਾ ਸੀ। ਇਹਦਾ ਭਰਾ ਕਹਿੰਦਾ ਸੋਹਣਾ ਮੁਖੜਾ ਦਿਖਾ ਦਿਓ, ਹਰੀਸ਼ ਢਾਂਡਾ ਪਾਉਂਦਾ ਸੀ। ਜਿਹੜਾ ਉਹਨਾਂ ਦਾ ਬੁਲਾ ਕੇ ਆਪਣੇ ਦਫ਼ਤਰ 'ਚ ਬਿਠਾਉਂਦਾ ਸੀ, ਜਿਹੜੀਆਂ ਕਾਲ ਡਿਟੇਲਸ ਨਾਲ ਮੈਚ ਕਰਕੇ ਉਹ ਹਰੀਸ਼ ਢਾਂਡਾ ਬਿਠਾਉਂਦਾ ਸੀ। ਪਰ ਪੀੜਤਾ ਤਾਂ ਜਿਹੜੇ ਨੇ, ਜੇ ਸੋ ਕਾਲਡ ਪੀੜਤਾ, ਉਹ ਤਾਂ ਆਪਣੇ ਬਿਆਨਾਂ ਤੋਂ ਮੁੱਕਰ ਗਏ ਨੇ। ਜਿਸ ਪੀੜਤ ਦਾ ਮੈਂ ਕੇਸ ਫੜਿਆ ਉਹ ਅੱਜ ਵੀ ਖੜੀ ਹੈ, ਜਿਹੜੀ ਇੱਕ ਸੈਕਿੰਡ ਪੀੜਤ ਕਵਰਜੀਤ ਕਰਵਲ ਜੀ ਦੇ ਰਾਹੀਂ ਆਈ ਸੀ, ਉਹ ਪੀੜਤ ਨੂੰ ਇਹਨਾਂ ਨੇ ਵਿਨ ਓਵਰ ਕਰ ਲਿਆ। ਜਿਹੜੀ ਓਰੀਜਨਲ ਪੀੜਤ ਜਿਹਦੀ ਮੈਂ ਮਦਦ ਕਰਦਾ, ਉਹ ਅੱਜ ਵੀ ਉੱਥੇ ਹੀ ਖੜੀ ਹੈ, ਅੱਜ ਵੀ ਧਰਨਾ ਦੇ ਰਹੀ ਹੈ, ਅੱਜ ਵੀ ਇਹਦੀ ਰੈਲੀ ਤੇ ਜਾਂਦੀ ਹੈ, ਹਰ ਕਿਤੇ ਜਾਂਦੀ ਹੈ। ਉਹਦੇ ਤੇ 5 ਪਰਚੇ ਰਜਿਸਟਰ ਕਰਾਏ ਇਹਨਾਂ ਨੇ ਝੂਠੇ, ਉਹਦੇ ਮੁੰਡੇ ਤੇ, ਉਹਦੇ ਬਾਪ ਤੇ। ਉਹ ਤਾਂ ਵੱਖ-ਵੱਖ ਸਟੇਟਸ ਹੋ ਰਹੇ ਨੇ, ਅਸੀਂ ਵੀ ਦੇਖ ਰਹੇ ਹਾਂ। ਉਹ ਵੱਖ-ਵੱਖ ਸਟੇਟਸ 'ਚ ਕਿਵੇਂ ਉੱਥੇ ਇਨਫਲੂਐਂਸ ਕਿਵੇਂ ਕਰ ਸਕਦਾ ਕੋਈ? ਇਸ ਸ਼੍ਰੀਮਾਨ ਜੀ ਦੇ ਪੂਰੇ ਹਿੰਦੁਸਤਾਨ 'ਚ ਏਜੰਟਸ ਹੈ। ਇਹਨਾਂ ਕੋਲ ਮੋਨੋਪੋਲੀ ਆ ਸਵਿੰਗ ਮਸ਼ੀਨ ਦੇ ਕੇਸ ਵੇਚਣ ਦੀ ਤੇ ਪਾਰਟਸ ਵੇਚਣ ਦੀ। ਹਰ ਜਗ੍ਹਾ ਤੇ ਇਹਨਾਂ ਦਾ ਲਿੰਕ ਮਿਲੂਗਾ, ਹਰ ਜਗ੍ਹਾ ਤੇ। ਕਿਹੜੀ ਸਟੇਟ 'ਚ ਪਰਚੇ ਹੋਏ? ਇੱਕ ਇਹਨਾਂ ਨੇ ਦਰਖਾਸਤ ਦਿੱਤੀ ਪੰਚਕੂਲੇ, ਦੂਜੀ ਦਿੱਤੀ ਦਿੱਲੀ, ਤੀਜਾ ਕੇਸ ਰਜਿਸਟਰ ਹੋਇਆ 307 ਦਾ ਅੰਬਾਲੇ, ਚੌਥਾ ਕੇਸ ਰਜਿਸਟਰ ਹੋਇਆ 420 406 ਦਾ ਕੋਟਾ ਰਾਜਸਥਾਨ। ਇਹ ਸਾਰੇ ਦੇਸ਼ 'ਚ? ਪੰਜਵਾਂ ਕੇ ਹਾਂ ਸਾਰੇ ਦੇਸ਼ 'ਚ। ਪੰਜਵਾਂ ਕੇਸ ਰਜਿਸਟਰ ਹੋਇਆ ਉੜੀਸਾ, ਪ੍ਰਾਦੀਪ। ਉੱਥੇ ਉਹਦੇ ਤੇ ਕੀਤਾ ਕਿ 3 ਲੱਖ ਰੁਪਏ ਲੈ ਗਈ ਮੈਨੂੰ ਬਾਹਰ ਭੇਜਣ ਲਈ, ਇਹਦਾ ਬਾਪ, ਇਹਦਾ ਛੋਟਾ ਮੁੰਡਾ ਤੇ ਨਾਲ ਇਹਦਾ ਗਵਾਹ ਰਣਜੀਤ ਖਹਿਰਾ। ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ? ਕਿਉਂ ਹੋ ਰਿਹਾ? ਇਹਨੂੰ ਡਰਾਉਣ ਲਈ। ਉਸ ਜਿਹੜੀ ਦੂਜੀ ਲੇਡੀ ਜਿਹਦੀ ਤੁਸੀਂ ਜ਼ਿਕਰ ਕੀਤਾ, ਉਹਦੇ ਤੇ ਵੀ ਤਾਂ ਆਹੀ ਕੇਸ ਰਜਿਸਟਰ ਕੀਤੇ ਸੀ। ਆ ਜਿਹੜਾ 307 ਵਾਲਾ ਕੇਸ ਹੈ, ਉਹਦੇ 'ਚ ਉਹਦਾ ਗਵਾਹ ਵੀ ਸੀ। ਫਿਰ ਇੱਕ FIR ਲੁਧਿਆਣਾ ਟਾਈਮਸ ਦੇ ਰਾਹੀਂ ਭੇਜੀਆਂ 5-6, ਜਿਹਦੇ 'ਚ ਉਹਦਾ ਬੇਟਾ ਵੀ ਸੀ, ਉਹਦੀ ਬੇਟੀ ਵੀ ਸੀ। ਠੀਕ ਆ, ਉਹ ਕਮਜ਼ੋਰ ਸੀ, ਡਰ ਗਈ, ਡਰਾ ਲਿਆ ਇਹਨਾਂ ਨੇ। ਪਰ ਤੁਹਾਨੂੰ ਡਰ ਨਹੀਂ ਲੱਗਦਾ? ਬਾਹੂਬਲੀ ਵੀ ਨੇ ਕਹਿੰਦੇ ਅਸੀਂ ਮਿੱਧ ਕੇ ਰੱਖ ਦਾਂਗੇ, ਕੱਲ ਦਾ ਬਿਆਨ ਹੈ ਹਾਲੇ। ਮਿੱਧ ਕੇ ਨਹੀਂ, ਚੀਰ ਕੇ ਰੱਖ ਦਾਂਗੇ, ਮਿੱਧ ਦੇਵਾਂਗੇ। ਇਹ ਬਾਹੂਬਲੀ ਭੁੱਲ ਜਾਣ ਕਿ ਜਿਹੜੀ ਬਦਮਾਸ਼ਾਂ ਦੀ ਤਾਕਤ ਹੁੰਦੀ ਹੈ ਨਾ, ਉਹਦੇ ਨਾਲ ਵੱਡੀ ਤਾਕਤ ਇਨਸਾਨੀਅਤ ਦੀ ਹੁੰਦੀ ਹੈ, ਇਮਾਨਦਾਰੀ ਦੀ ਹੁੰਦੀ ਹੈ, ਬੇਬਾਕੀ ਦੀ ਹੁੰਦੀ ਹੈ। ਮੈਂ ਬੇਬਾਕ ਹਾਂ, ਮੈਂ ਇਹਨਾਂ ਵਾਂਗੋਂ ਲੜਿਆ ਨਹੀਂ। ਜਦ ਮੇਰੇ ਤੁਹਾਨੂੰ ਵੀ ਧਮਕੀਆਂ ਮਿਲਦੀਆਂ ਨੇ? ਮੈਨੂੰ ਸ਼ਰੇਆਮ ਮਿਲਦੀਆਂ, ਰੋਜ਼ ਮਿਲਦੀਆਂ। ਇਹ ਤਾਂ ਕਹਿੰਦੇ ਬੰਦੂਕਾਂ ਚੱਕਾਂਗੇ, ਮਾਰਾਂਗੇ ਇਹਨੂੰ। ਮੈਨੂੰ ਕੋਈ ਖੌਫ ਨਹੀਂ ਇਹਨਾਂ ਤੋਂ। ਜਿਹਦੇ ਨਾਲ ਉਹ ਵਾਹਿਗੁਰੂ ਹੈ, ਉਹਨੂੰ ਕੋਈ ਖੌਫ ਦੀ ਲੋੜ ਨਹੀਂ ਹੈ। ਮੈਂ ਸੱਚ ਦੇ ਰਾਹ ਤੇ ਹਾਂ, ਮੈਨੂੰ ਕੋਈ ਖੌਫ ਨਹੀਂ। ਆਤਮ ਨਗਰ ਦੇ ਲੋਕ ਇਹ ਸਮਝਦੇ ਨੇ, ਕਿਉਂਕਿ ਜਦੋਂ ਅਸੀਂ ਵੋਟ ਬੈਂਕ ਦੇਖਦੇ ਹਾਂ, 51,000 ਵੋਟ, ਚਾਹੇ 12 ਦੀ ਗੱਲ ਹੈ, ਫਿਰ ਲੋਕ ਸਭਾ ਦੇ ਵਿੱਚ ਵੀ ਚੰਗਾ ਵੋਟ ਬੈਂਕ ਹੈ ਬੈਂਸ ਕੋਲੇ। ਬਿਲਕੁਲ ਅੱਛੇ ਵੋਟ ਬੈਂਕ, ਲੋਕਾਂ ਨੂੰ ਅੱਛੀ ਆਪਣੀ ਗੱਲਾਂ ਚਲਾਇਆ, ਲੋਕਾਂ ਨੂੰ ਇਹ ਦੱਸਿਆ ਕਿ ਅਸੀਂ ਇਮਾਨਦਾਰ ਹਾਂ, ਅਸੀਂ ਦਫ਼ਤਰ ਖੋਲ੍ਹ ਕੇ ਕੰਮ ਕਰਦੇ ਹਾਂ। ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਦਫ਼ਤਰ ਦੇ ਵਿੱਚ MLA ਦੇ ਜਾਣ ਕੇ ਕੰਮ ਹੋਣ, ਇਦੋਂ ਮਾੜਾ ਸ਼ਾਸਨ ਨਹੀਂ ਹੋ ਸਕਦਾ। ਲੋਕਾਂ ਦੇ ਕੰਮ ਸਹਿਜੇ ਘਰਾਂ ਦੇ ਵਿੱਚ ਹੋਣੇ ਚਾਹੀਦੇ ਹੈ। ਲੋਕਾਂ ਦੇ ਕੰਮਾਂ ਲਈ ਕਿਸੇ ਨੂੰ ਟੈਲੀਫੋਨ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਮੈਨੂੰ ਦੱਸੋ ਕਿ MLA ਦਾ ਕੀ ਰੋਲ ਹੈ ਥਾਣਿਆਂ 'ਚ ਫੋਨ ਕਰਨ ਦਾ? MLA ਦਾ ਕੀ ਰੋਲ ਹੈ ਲੋਕਾਂ ਦੇ ਛੋਟੇ-ਛੋਟੇ ਕੰਮਾਂ ਦੇ ਟੈਲੀਫੋਨ ਕਰਕੇ ਕਰਾਣੇ? ਟੈਲੀਫੋਨ ਦੇ ਬਿਨਾਂ ਕਿਉਂ ਨਹੀਂ ਹੁੰਦੇ ਕੰਮ ਲੋਕਾਂ ਦੇ? ਹਰੀਸ਼ ਰਾਏ ਢਾਂਡਾ ਸਾਹਿਬ, ਜਦੋਂ ਆਮ ਲੋਕਾਂ ਦੇ ਕੰਮ ਦਫ਼ਤਰਾਂ 'ਚ ਗੇੜੇ ਮਾਰ-ਮਾਰ ਨਹੀਂ ਹੁੰਦੇ ਤਾਂ ਵਿਧਾਇਕ ਕੋਲ ਜਾਣਾ ਜ਼ਰੂਰੀ ਹੈ, ਇਸ ਕਰਕੇ ਜਾਂਦੇ ਨੇ। ਇਹੀ ਕਹਿ ਰਿਹਾ ਨਾ, ਸ਼ਾਸਨ ਮਾੜਾ ਹੈ। ਇਹੀ ਮੈਂ ਕਹਿ ਰਿਹਾ। ਤੁਸੀਂ ਸ਼ਾਸਨ ਸੁਧਾਰਨ ਦੀ ਗੱਲ ਨਹੀਂ ਕਰਦੇ, ਲੋਕਾਂ ਨੂੰ ਨਸ਼ੇ ਤੇ ਲਾਉਂਦੇ ਹੋ ਕਿ ਮੇਰੇ ਦੁਆਰ ਆ, ਮੇਰੇ ਸਾਹਮਣੇ ਗਿੜਗੜਾ, ਮੇਰੇ ਦਫ਼ਤਰ 'ਚ 2 ਘੰਟੇ ਬੈਠ, ਉੱਥੇ ਮੇਲਾ ਲੱਗੇ, ਮੈਂ ਫੋਨ ਕਰਾਂ ਤਾਂ ਕੰਮ ਹੋਵੇ। ਇਹ ਜਿਹੜੇ ਅਫਸਰ ਤੋਂ ਇੱਕ ਫੋਨ ਤੇ ਕੰਮ ਕਰਾਉਂਦੇ ਆ, ਉਸ ਅਫਸਰ ਨੂੰ ਇਹ ਨਹੀਂ ਕਹਿੰਦੇ ਇਹ ਮੇਰੇ ਕੋਲ ਕਿਉਂ ਆਇਆ, ਤੇਰੇ ਕੋਲ ਕੰਮ ਕਿਉਂ ਨਹੀਂ ਹੁੰਦਾ? ਇਹ ਕਿਉਂ ਨਹੀਂ ਕਹਿੰਦੇ? ਪਰ ਉਹ ਕਹਿੰਦੇ ਸਰਕਾਰ ਤਾਂ ਕਾਂਗਰਸ ਦੀ ਹੈ ਨਾ, ਸਾਡੀ ਸਰਕਾਰ ਥੋੜਾ ਹੈ। ਫਿਰ ਇਹਦੇ ਟੈਲੀਫੋਨ ਤੇ ਕੰਮ ਕਿਵੇਂ ਹੁੰਦਾ? ਜੇ ਸਰਕਾਰ ਕਾਂਗਰਸ ਦੀ ਹੈ, ਫਿਰ ਟੈਲੀਫੋਨ ਤੇ ਕੰਮ ਕਿਵੇਂ ਹੁੰਦੇ? ਤੁਸੀਂ ਦੱਸ ਦਿਓ। ਬਦਮਾਸ਼ੀ, ਗੁੰਡਾਗਰਦੀ, ਲੋਕਾਂ 'ਚ ਭੈ, ਕਮਿਸ਼ਨਰ ਕਾਰਪੋਰੇਸ਼ਨ ਉਹਨੂੰ
ਰਿਸ਼ਵਤ ਦੇ 'ਚ ਫਸਾ ਦੇਣਾ, ਝੂਠਾ 10,000, ਤਹਿਸੀਲਦਾਰ ਨੂੰ ਕੁੱਟਣਾ, ਉਹਦੇ ਕੱਪੜੇ ਲਾ ਦੇਣੇ, ਉਹਦਾ ਪਿਸਤੌਲ ਤੱਕ ਖੋ ਕੇ ਲੈ ਜਾਣਾ, ਅੱਜ ਤੱਕ ਨਾ ਮਿਲੇ, ਹਰੇਕ ਨੂੰ ਗਾਲਾਂ ਕੱਢਣੀਆਂ, ਮੰਦਾ ਬੋਲਣਾ, ਡਰਾ ਕੇ ਧਮਕਾ ਕੇ। ਡਿਵੈਲਪਮੈਂਟ ਦੀ ਜਦੋਂ ਗੱਲ ਕਰਦੇ ਆ, ਲੋਕਾਂ ਦੇ ਕੰਮਾਂ ਦੀ ਗੱਲ ਕਰਦੇ ਆ, ਜਾਂ ਆਤਮ ਨਗਰ ਦੇ ਵਿਕਾਸ ਦੀ ਗੱਲ ਕਰਦੇ ਆ, ਕਿੱਥੇ ਖੜਾ ਵਿਕਾਸ? ਵਿਕਾਸ ਜ਼ੀਰੋ। ਜੇ ਵਿਕਾਸ ਹੋਇਆ ਹੁੰਦਾ ਤੇ ਜਿਹੜੇ ਕਾਰਪੋਰੇਸ਼ਨ ਦੇ ਕੰਮ ਕੌਂਸਲਰਾਂ ਦੇ ਕਰਨ ਵਾਲੇ ਆ, ਉਹਦੇ ਉਦਘਾਟਨ ਜਾ ਕੇ ਬੈਂਸ ਸਾਹਿਬ ਕਿਉਂ ਕਰਦੇ ਕਿ ਮੈਂ ਕਰਾ ਰਿਹਾ? ਕਿਉਂ ਕਰਵਲ ਸਾਹਿਬ ਪੈਰਲਲ ਕਰਦੇ ਕਿ ਜੀ ਮੈਂ ਹਲਕਾ ਇੰਚਾਰਜ ਆ, ਮੈਂ ਕਰਾ ਰਿਹਾ? ਨਾ ਹਲਕਾ ਇੰਚਾਰਜ ਦਾ ਰੋਲ ਹੈ, ਨਾ ਐਮਐਲਏ ਦਾ ਰੋਲ ਹੈ। ਇਹ ਦੱਸਣ ਕਿ ਕਾਰਪੋਰੇਸ਼ਨ ਨੂੰ ਸਰਕਾਰ ਤੋਂ ਪੈਸੇ ਦਵਾਏ ਕਿੰਨੇ, ਉਹਦਾ ਜ਼ਿਕਰ ਕਰਨ। ਇਹ ਦੱਸਣ ਕਿ ਇੱਥੇ ਜਿਹੜੀ ਇੰਡਸਟਰੀ ਹੈ, ਛੋਟੀ ਇੰਡਸਟਰੀ, ਘਰ ਘਰ ਇੰਡਸਟਰੀ ਹੈ, ਉਹਨੂੰ ਕਲਸਟਰ ਬਣਵਾਉਣ ਲਈ, ਮਿਕਸਡ ਲੈਂਡ ਯੂਜ਼ ਕਰਨ ਲਈ ਤੁਸੀਂ ਕਦੇ ਅੱਜ ਤੱਕ ਬੋਲੇ? ਉਹਨਾਂ ਨੂੰ ਖਾਸ ਰਿਆਇਤਾਂ ਦਿਵਾਉਣ ਲਈ ਤੁਸੀਂ ਕਦੇ ਗੱਲ ਕੀਤੀ? ਤੁਸੀਂ ਇਹ ਦੱਸੋ ਕਿ ਜਿਹੜਾ 5 ਕਿਲੋਮੀਟਰ ਦੀ ਗਿੱਲ ਰੋਡ ਹੈ, ਉਹਦਾ ਬੁਰਾ ਹਾਲ ਕਿਉਂ? ਉੱਥੇ ਟ੍ਰੈਫਿਕ ਕਿਉਂ? ਤੁਸੀਂ ਜਾਣਦੇ ਹੋ ਲੋਕਾਂ 'ਚ ਕੀ ਕਹਿੰਦੇ ਨੇ ਤੁਹਾਨੂੰ? ਲੋਕ ਦੁਖੀ ਹੈ। ਲੋਕ ਇਹ ਅੱਜ ਦੇਖ ਲੈਣ ਕਿ ਇਲੈਕਸ਼ਨ 'ਚ 50,000 ਸਿਮਰਜੀਤ ਸਿੰਘ ਬੈਂਸ ਅਤੇ ਗੁੰਡਾਗਰਦੀ ਦੀ ਸਿਆਸਤ ਤੋਂ ਦੁਖੀ ਹੈ ਲੋਕ। ਡਿਵੈਲਪਮੈਂਟ ਨਾ ਹੋਣ ਤੇ ਫਿਰ ਵੋਟਾਂ ਕਿਉਂ ਪਾਉਂਦੇ ਨੇ? ਜੇ ਦੁਖੀ ਨੇ ਵੋਟਾਂ ਕਿਉਂ ਪੈਂਦੀਆਂ? ਲੋਕਾਂ ਕੋਲ ਵਿਕਲਪ ਨਹੀਂ ਸੀ। ਮੈਂ ਵਿਕਲਪ ਲੈ ਕੇ ਜਾ ਰਿਹਾ, ਮੈਂ ਲੋਕਾਂ ਕੋਲ ਮਿਲ ਰਿਹਾ, ਮੈਂ ਲੋਕਾਂ ਨਾਲ ਜ਼ਿਕਰ ਕਰ ਰਿਹਾ, ਅਸਲੀ ਸਹੀ ਮੁੱਦਿਆਂ ਦੀ ਗੱਲ ਕਰ ਰਿਹਾ। ਮੈਂ ਕੋਈ ਇਹਨਾਂ ਦੀ ਖੋਖਲੀਆਂ ਲਿਫਾਫੇ ਕੋਈ ਡਰ ਤਾਂ ਨਹੀਂ ਕਿਤੇ ਲੋਕਾਂ 'ਚ? ਹੈ, ਬਹੁਤ ਡਰ ਹੈ, ਬਹੁਤ ਖੌਫ ਹੈ। ਲੋਕ ਲੁੱਕ ਕੇ ਵੋਟ ਪਾਉਣਾ ਚਾਹੁੰਦੇ ਆ, ਮੁੜ ਕੇ ਇਹਨਾਂ ਦੇ ਸਾਹਮਣੇ ਆਉਣਾ ਨਹੀਂ ਚਾਹੁੰਦੇ। ਲੋਕੀ ਡਰਦੇ ਆ, ਇਹਨਾਂ ਤੋਂ ਡਰਾਏ ਹੋਏ ਆ ਲੋਕੀ। ਆ ਦੇਖੋ ਨਾ ਤੁਸੀਂ, ਹੁਣ ਇੱਕ ਪਾਸੇ ਡਰਾ ਕੇ ਪੂਰਾ ਆਤਮਨਗਰ ਭਰਿਆ ਪਿਆ, ਇੱਕ ਇੱਕ ਕੋਠੀ ਤੇ 4-4 ਬੋਰਡ ਲਾਏ ਪਏ ਆ। ਖਬਰਦਾਰ ਜੇ ਦੂਜੇ ਦਾ ਬੋਰਡ ਲਾਇਆ। ਕਰਵਲ ਦਾ ਅਲੱਗ ਖੌਫ ਹੈ, ਇਹਦਾ ਅਲੱਗ ਖੌਫ ਹੈ। ਦੋਨਾਂ ਦਾ ਇਹ ਹੈ ਕਿ ਦੋਨਾਂ ਤੋਂ ਵੱਡਾ ਕੌਣ ਹੈ। ਪਰ ਇਹ ਤਾਂ ਦੋਸਤ ਸੀ ਕਿਸੇ ਵੇਲੇ, ਅੱਜ ਭਾਵੇਂ ਅਲੱਗ-ਅਲੱਗ ਨੇ, ਕਿਸੇ ਵੇਲੇ ਚੰਗੇ ਦੋਸਤ ਸੀ ਤੇ ਸ਼ਾਇਦ ਤਹਿਸੀਲਦਾਰ ਵਾਲੇ ਕੇਸ 'ਚ ਦੋਨੋਂ ਇਨਵੋਲਵ ਨੇ। ਮਸੇਰੇ ਭਾਈ ਹੈ, ਦੋਨਾਂ ਦੀ ਤੌਰ ਤਰੀਕੇ ਕੰਮ ਕਰਨ ਦੇ ਇੱਕੋ ਹੀ ਹੈ, ਇਸੇ ਕਰਕੇ, ਕਿਉਂਕਿ ਇਕੱਠੇ ਰਹੇ ਆ। ਇਹੀ ਤੌਰ ਤਰੀਕੇ ਇਹਨਾਂ ਦੇ। ਦੇਖੋ, ਪਰ ਤੁਸੀਂ ਫਿਰ ਕਿਵੇਂ ਇਹਨਾਂ ਨਾਲ ਮੁਕਾਬਲਾ ਕਰੋਗੇ? ਤੁਸੀਂ ਆਪ ਹੀ ਕਹਿ ਰਹੇ ਹੋ ਬਦਮਾਸ਼ੀ ਕਰਦੇ ਨੇ, ਗੁੰਡਾਗਰਦੀ ਕਰਦੇ ਨੇ, ਖੌਫ ਹੈ, ਦੋਹੇ ਮਸੇਰੇ ਭਰਾ ਨੇ, ਤੁਸੀਂ ਕਿਵੇਂ ਲੜੋਗੇ ਉਹਨਾਂ ਨਾਲ? ਅੱਤ ਤੇ ਖੁਦਾ ਦਾ ਵੈਰ ਹੁੰਦਾ। ਮੈਂ ਲੋਕਾਂ ਨੂੰ ਜਾ ਕੇ ਜਾਗਰੂਕ ਕਰ ਰਿਹਾ, ਲੋਕਾਂ ਨੂੰ ਦੱਸ ਰਿਹਾ ਕਿ ਗੱਲ ਹੋਣੀ ਚਾਹੀਦੀ ਹੈ ਮੁੱਦੇ ਦੀ, ਗੱਲ ਹੋਣੀ ਚਾਹੀਦੀ ਹੈ ਇਸ ਇਲਾਕੇ ਨੂੰ MSME ਕਲਸਟਰ ਬਣਾਉਣ ਦੀ, ਗੱਲ ਹੋਣੀ ਚਾਹੀਦੀ ਹੈ ਗਿੱਲ ਰੋਡ ਦੇ ਉੱਤੇ ਐਲੀਵੇਟਡ ਰੋਡ ਬਣਾਉਣ ਦੀ, ਗੱਲ ਹੋਣੀ ਚਾਹੀਦੀ ਹੈ ਜਿਹੜਾ ਰੇਲਵੇ ਲਾਈਨ ਕ੍ਰੋਸਿੰਗ ਹੈ ਉਹਦੇ ਤੇ ਪੁਲ ਬਣਨ ਦੀ, ਗੱਲ ਹੋਣੀ ਚਾਹੀਦੀ ਹੈ ਕਾਲਜ ਨਵੇਂ ਖੁੱਲ੍ਹਣ, ਸਕੂਲ ਖੋਲ੍ਹਣ, ਗੱਲ ਹੋਣੀ ਚਾਹੀਦੀ ਹੈ ਰੁਜ਼ਗਾਰ ਪੈਦਾ ਹੋਵੇ, ਗੱਲ ਹੋਣੀ ਚਾਹੀਦੀ ਹੈ ਲੋਕਾਂ ਨੂੰ ਹੁਨਰ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਉਹ ਕੰਮੇ ਚੰਗੇ ਬਣ ਸਕਣ, ਉਹਨਾਂ ਨੂੰ ਨੌਕਰੀਆਂ ਮਿਲ ਸਕਣ। ਇਸ ਗੱਲ ਤੇ ਤਾਂ ਕੋਈ ਆਉਂਦਾ ਹੀ ਨਹੀਂ। ਗੱਲ ਉਹ ਕਹਿੰਦਾ ਹੈ ਕਿ ਮੈਂ ਕੰਮ ਕਰਦਾ, ਦੀਵਾ ਬਾਲਦਾ, ਇਹ ਕਹਿੰਦਾ ਮੈਂ 20,000 ਦੇ ਚੈੱਕ ਵੰਡ ਦੂੰ, ਸਰਕਾਰ ਦੇ ਪੈਸੇ। ਮੈਨੂੰ ਨਹੀਂ ਸਮਝ ਆਇਆ ਕਰਵਲ ਸਾਹਿਬ ਕਿੱਦਾਂ ਵੰਡਦੇ ਸੀ, ਕਿਸ ਹੈਸੀਅਤ 'ਚ ਵੰਡਦੇ ਸੀ? ਪਬਲਿਕ ਮਨੀ ਦਾ ਲੁੱਟ, ਇਲੈਕਸ਼ਨ ਦੀਆਂ ਵੋਟਾਂ ਲੈਣ ਲਈ ਖਰਚੇ ਕੀਤੇ ਜਾਣੇ, ਇਹ ਕਿਹਦਾ ਤੋਂ ਮੁਨਾਸਬ ਸਿਆਸਤ ਹੈ? ਤੁਸੀਂ ਲੋਕਾਂ ਦਾ ਜਨ ਸੁਧਾਰਨ ਦੀ ਤਾਂ ਕੋਸ਼ਿਸ਼ ਨਹੀਂ ਕਰਦੇ। ਓਵਰਆਲ ਪੰਜਾਬ ਦੀ ਥੋੜੀ ਗੱਲ ਕਰ ਲਈਏ। ਅਕਾਲੀ ਦਲ ਬਸਪਾ ਦਾ ਅਲਾਇੰਸ ਹੈਗਾ ਏ, ਦੂਜੇ ਪਾਸੇ ਭਾਜਪਾ, ਕੈਪਟਨ ਸਾਹਿਬ ਢੀਂਡਸਾ, ਜਾਂ ਕਾਂਗਰਸ ਪਾਰਟੀ ਹੈਗੀ, ਆਮ ਆਦਮੀ ਪਾਰਟੀ ਵੀ ਹੈ। ਤਾਂ ਪਹਿਲਾਂ ਆਪ ਦੀ ਗੱਲ ਕਰਦੇ ਹਾਂ। ਭਗਵੰਤ ਮਾਨ ਨੂੰ CM ਐਲਾਨ ਤਾਂ, ਕੇਜਰੀਵਾਲ ਕਹਿੰਦੇ ਇੱਕ ਮੌਕਾ ਕੇਜਰੀਵਾਲ ਨੂੰ, ਲੋਕ ਦੇਣਗੇ? ਮੈਨੂੰ ਇੱਕ ਗੱਲ ਦੱਸਣ, ਕਿਸ ਗੱਲ ਲਈ ਮੌਕਾ ਦੇਣ ਕੇਜਰੀਵਾਲ ਨੂੰ? ਦਿੱਲੀ ਮਾਡਲ ਲਾਗੂ ਕਰਨਾ ਪੰਜਾਬ 'ਚ। ਜੇ ਮਾਨ ਸਾਹਿਬ ਨੂੰ ਪ੍ਰਧਾਨ ਤੁਸੀਂ CM ਦਾ ਕੈਂਡੀਡੇਟ ਡਿਕਲੇਅਰ ਕੀਤਾ ਤਾਂ ਕੇਜਰੀਵਾਲ ਦਾ ਕੀ ਤਾਲੁਕ ਹੈ? ਕਿਹੜਾ ਦਿੱਲੀ ਮਾਡਲ ਦੱਸਣ? ਦਿੱਲੀ ਮਾਡਲ ਦੇ ਵਿੱਚ ਇੱਕ ਨਵਾਂ ਚੰਗੇ ਸਕੂਲ, ਇੱਕ ਨਵਾਂ ਸਕੂਲ ਦੱਸਣ, ਮੁਹੱਲਾ ਕਲੀਨਿਕ, ਮੈਂ ਕਹਿੰਦਾ ਇੱਕ ਨਵਾਂ ਹਸਪੀਟਲ ਜਾਂ ਇੱਕ ਕਲੀਨਿਕ ਖੋਲੀ ਦਿਖਾ ਦੇਣ। 16,000 ਕਹਿੰਦੇ ਪੰਜਾਬ 'ਚ ਖੋਲਾਂਗੇ, ਸਾਡੀ ਸਰਕਾਰ ਬਣਾਓ। ਉਹਨਾਂ ਨੂੰ ਕੋ ਦਿੱਲੀ 'ਚ ਕਿੰਨੇ ਹਜ਼ਾਰ ਖੋਲੇ ਆ? ਦਿੱਲੀ ਦੇ ਵਿੱਚ ਤਾਂ, ਪੰਜਾਬ ਦੇ ਵਿੱਚ ਤਾਂ 12,000 ਪਿੰਡ ਹੈ, ਦਿੱਲੀ 'ਚ ਤਾਂ 300 ਪਿੰਡ ਹੈ। ਕਹਿੰਦੇ ਕੋਈ ਕੱਚਾ ਅਧਿਆਪਕ ਨਹੀਂ ਰਹੂਗਾ, ਸਾਰੇ ਪੱਕੇ ਹੋਣਗੇ, ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ, ਸਾਡੀ ਸਰਕਾਰ ਬਣਾ ਦਿਓ। ਇਕੱਲਾ ਇਹੀ ਨਹੀਂ ਕਹਿੰਦੇ, 1000 ਰੁਪਇਆ ਤਾਂ ਸਭ ਮਹਿਲਾ ਨੂੰ ਵੀ ਦੇਣਾ ਇਹਨਾਂ ਨੇ, ਜਿਹੜਾ ਪੰਜਾਬ ਦਾ ਬਜਟ ਅਲਾਉ ਹੀ ਨਹੀਂ ਕਰਦਾ। ਮੈਨੂੰ ਇੱਕ ਗੱਲ ਦੱਸੋ, ਇਹ ਬਦਲ ਕਾਦੇ ਨਾਲ ਦੇਣਗੇ? ਇਹਨਾਂ ਨੇ ਜਿੰਨੇ ਐਲਾਨੇ ਆ, ਅੱਧੇ ਦਲ ਬਦਲੂ ਆਏ ਆ। ਤੁਹਾਡੇ ਹਲਕੇ 'ਚ ਕੌਣ ਹੈ? ਆ ਇੱਥੇ ਬੈਠੇ ਆ ਕੁਲਵੰਤ ਸਿੰਘ ਸਿੱਧੂ, ਨਛੱਤਰ ਸਿੰਘ ਸਿੱਧੂ, ਜਿਹੜੇ ਮਹਾਨ ਨੋਨ ਬੰਦੇ ਸੀ ਲੁਧਿਆਣੇ, ਉਹਨਾਂ ਦੇ ਵੀਰ ਜੀ ਹੈ। ਮੈਨੂੰ ਦੱਸੋ, ਇਹ ਕਾਂਗਰਸ 'ਚ ਸੀਗੇ ਤਾਂ ਮਾੜੇ ਸੀ, ਤਾਂ ਹੁਣ ਇਹਨਾਂ 'ਚ ਆ ਗਏ ਤਾਂ ਚੰਗੇ ਹੋ ਗਏ? ਹੋਰ ਵੀ ਮੈਨੂੰ ਮਦਨ ਲਾਲ ਬੱਗਾ ਦੱਸ ਦਿਓ, ਉਹ ਅਕਾਲੀ ਦਲ 'ਚ ਸੀ ਤਾਂ ਮਾੜਾ ਸੀ, ਇਹਨਾਂ 'ਚ ਆ ਗਿਆ ਚੰਗਾ ਹੋ ਗਿਆ। ਗੋਗੀ ਇਹਨਾਂ 'ਚ ਆ ਗਿਆ ਤਾਂ ਚੰਗਾ ਹੋ ਗਿਆ। ਫਿਰ ਉੱਥੇ ਭੋਲਾ ਗਰੇਵਾਲ, ਜਿਹੜਾ ਇਲੈਕਸ਼ਨ ਲੜ ਕੇ ਪਾਰਲੀਮੈਂਟ 5 ਚੱਕ ਕੇ ਫਿਰਦਾ ਰਿਹਾ, ਤੇ ਹੁਣ 3 ਮਹੀਨੇ ਪਹਿਲਾਂ ਫੇਰ ਆ ਗਿਆ। ਹੋ ਸਕਦਾ ਕੋਈ ਉਹਨਾਂ ਕੋਲੇ ਹੋਵੇ ਮਸ਼ੀਨ ਇਸ ਤਰ੍ਹਾਂ ਦੀ। ਪੱਪੀ ਸ਼ਾਹਪੁਰੀ, 5 ਬੰਦੇ ਤੁਸੀਂ ਦਲ ਬਦਲੂ ਲੈ ਕੇ ਆਏ ਹੋ। ਮੈਨੂੰ ਦੱਸੋ, ਛੱਜ 'ਚ ਛਾਟੇ ਹੋਏ ਬੰਦਿਆਂ ਦਾ ਤੁਸੀਂ ਰੋਟੀ ਹੋ ਸਕਦਾ ਮੈਂ ਕੋਈ ਇਸ ਤਰ੍ਹਾਂ ਦਾ ਉਹਨਾਂ ਕੋਲੇ ਹੋਵੇ ਕੋਈ ਮਸ਼ੀਨ ਕੇ ਉਧਰ ਜਾ ਕੇ ਸਹੀ ਹੋ ਜਾਂਦੇ ਹੋਣ, ਹੋ ਸਕਦਾ। ਫਿਰ ਇਸ ਦੂਜਿਆਂ ਨੂੰ ਹੀ ਕਹਿ ਦੇਣ ਪਾਰਟੀਆਂ ਚੰਗੀਆਂ, ਜਿਹੜੇ ਸਾਡੇ ਛਾਟੇ ਨਹੀਂ ਹੋਏ, ਪਹਿਲੀ ਪਹਿਲ ਦੇ ਸਿਲੈਕਸ਼ਨ ਹੈ, ਫਿਰ ਉਹ ਮਾੜੇ ਕਿਉਂ ਹੈ? ਜੇ ਸਾਡੇ ਛਾਂਟੇ ਹੋਏ ਮਾੜੇ ਹੈ ਦੂਜੀਆਂ ਪਾਰਟੀਆਂ। ਪਰ ਉਹ ਕਹਿੰਦੇ ਵੀ ਇੱਕ ਮੌਕਾ ਕੇਜਰੀਵਾਲ ਨੂੰ ਇਸੇ ਕਰਕੇ ਤਾਂ ਲਿਖਿਆ ਹੈ, ਇਹਨਾਂ ਦੀ ਗੱਲ ਨਹੀਂ ਕਿ ਕੇਜਰੀਵਾਲ ਨੂੰ ਦਿਓ ਮੌਕਾ। ਤੁਸੀਂ ਕੇਜਰੀਵਾਲ ਦਾ ਕੀ ਰੋਲ ਹੈ? ਇਹਦਾ ਮਤਲਬ ਕੇਜਰੀਵਾਲ ਸਰਕਾਰ ਚਲਾਊ ਪੰਜਾਬ 'ਚ? ਮੈਨੂੰ ਇੱਕ ਗੱਲ ਦੱਸੋ,
ਕਿਆ ਸੰਵਿਧਾਨ ਨੂੰ ਛਿੱਕੇ ਟੰਗ ਦੇਣਗੇ? ਕਿਆ ਸਰਕਾਰ ਜਿਹੜੇ ਜੇ ਬਣਦੀ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਨਹੀਂ ਚਲਾਊ, ਉਹ ਕੇਜਰੀਵਾਲ ਚਲਾਊ? ਸੀਐਮ ਚੰਨੀ ਦੀ ਗੱਲ ਕਰੀਏ, ਉਹ ਕਹਿੰਦੇ ਕਿ ਮੇਰੇ ਵਰਗਾ ਆਮ ਆਦਮੀ ਕੋਈ ਨਹੀਂ, ਮੈਂ ਗਰੀਬ ਦਾ ਮੁੰਡਾ, ਮੈਂ ਸਧਾਰਨ ਪਰਿਵਾਰ ਚੋਂ ਆਇਆ, ਪਰ ਮੇਰੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਨੇ। ਈਡੀ ਦੀ ਰੇਡ ਪਵਾਤੀ ਪੀਐਮ ਸਾਹਿਬ ਨੇ, 10 ਕਰੋੜ ਕਹਿੰਦੇ ਮੈਨੂੰ ਨਹੀਂ ਪਤਾ ਕਿੱਥੋਂ, ਜਿਹੜੇ ਭਾਣਜੇ ਤੋਂ ਫੜੇ ਨੇ। 10 ਕਰੋੜ ਇੱਕ ਆਮ ਆਦਮੀ ਤੋਂ ਫੜਿਆ ਜਾਵੇ ਤਾਂ ਮੈਂ ਸਮਝਦਾ ਇੱਥੇ ਅਮੀਰ ਆਦਮੀ ਦੀ ਲੋੜ ਨਹੀਂ ਹੈ। 10 ਕਰੋੜ ਕੈਸ਼ ਫੜਿਆ ਜਾਣਾ, ਡਾਕੂਮੈਂਟ ਫੜੇ ਜਾਂਦੇ ਗੱਲ ਹੋਰ ਹੈ। 15 ਲੱਖ ਦੀ ਕਿ 20 ਲੱਖ ਦੀ ਰੱਡ ਉਹਦੀ ਘੜੀ ਫੜੀ ਜਾਣੀ, ਇਹ ਦਰਸਾਉਂਦਾ ਕਿੰਨੇ ਕੁ ਗਰੀਬ ਹੈ ਤੇ ਕਿੰਨੇ ਕੁ ਅਮੀਰ ਹੈ। ਇਹ ਹੁਣ ਲੋਕ ਦੇਖਣਗੇ ਇਹਨਾਂ ਨੂੰ ਕਿ ਗਰੀਬ ਕੌਣ। ਉਹ ਕਹਿੰਦੇ ਪੋਲੀਟੀਕਲ ਵੈਂਡਾਟਾ, ਸਿਆਸਤ ਤੋਂ ਪ੍ਰੇਰਿਤ ਹੈਗਾ, ਇਹ ਬਦਲਾਖੋਰੀ ਹੈ। ਪੀਐਮ ਦੀ ਫੇਰੀ ਦੀ ਗੱਲ ਕਹਿ ਕੇ ਗਏ ਨੇ ਈਡੀ ਵਾਲੇ, ਕਹਿੰਦੇ ਉਹਨਾਂ ਕੋਲ ਡਿਫੈਂਸ ਕੀ ਹੈ ਹੋਰ ਕਹਿਣ ਲਈ? ਮੈਨੂੰ ਦੱਸੋ, ਕਿਸੇ ਚੋਰ ਨੂੰ ਫੜ ਲਓ ਤੇ ਫਿਰ ਉਹਦੇ ਕੋਲ ਡਿਫੈਂਸ ਕੀ ਹੋਊਗਾ? ਮੈਂ ਤਾਂ ਗਿਆ ਹੀ ਨਹੀਂ, ਮੈਂ ਤਾਂ ਚੋਰੀ ਕੀਤੀ ਨਹੀਂ। ਸਵਾਲ ਇਹ ਨਹੀਂ ਹੈ, ਸਵਾਲ ਇਹ ਹੈ ਪਬਲਿਕ ਪਰਸੈਪਸ਼ਨ ਕੀ ਹੈ। ਜਨਤਾ ਸਮਝਦੀ ਹੈ ਕਿ ਪੈਸੇ ਫੜੇ ਗਏ ਹੈ, ਜਨਤਾ ਸਮਝਦੀ ਹੈ ਕਿ 15-15 ਲੱਖ ਦੀ। ਤੁਹਾਡੇ ਯਾਦ ਹੋਵੇ ਪਹਿਲੀ ਪੀਸੀ ਕੀਤੀ ਸੀਐਮ ਚੰਨੀ ਨੇ, ਕਹਿੰਦਾ ਰੇਤੇ ਵਾਲੇ ਮੇਰੇ ਕੋਲ ਨਾ ਆਇਓ, ਇਹ ਗੱਲ ਕਹੀ ਉਹਨਾਂ ਨੇ। ਆਉਣ ਦੀ ਲੋੜ ਹੀ ਨਹੀਂ, ਮੇਰੇ ਭਾਂਜੇ ਕੋਲ ਜਾਈਓ, ਮੇਰੇ ਭਤੀਜੇ ਕੋਲ ਜਾਈਓ, ਮੇਰੇ ਭਰਾ ਕੋਲ ਜਾਈਓ, ਇਹਦੇ ਕੋਲ ਕੀ ਕਰਨ ਆਉਣਗੇ? ਜਦ ਬੰਦੇ ਰੱਖੇ ਹੋਏ ਆਪਾਂ ਰੇਤੇ ਦੀਆਂ ਖੱਡਾਂ ਚਲਾਉਣ ਲਈ। ਇਹਨੂੰ ਤਾਂ ਚੰਨੀ ਨੂੰ ਤਾਂ 5% ਮੰਤਰੀ ਕਹਿੰਦੇ ਸੀ। ਕੋਈ ਲੋਕੀ ਦੱਸਦੇ ਆ ਕਿ ਜਿਹੜਾ ਮੋਹਾਲੀ ਦੇ ਵਿੱਚ ਜਿੰਨੀ ਡਿਵੈਲਪਮੈਂਟਸ ਕਾਲੋਨੀਜ਼ ਬਣਦੀਆਂ ਹਰੇਕ 'ਚ ਇਹਨਾਂ ਦਾ ਹਿੱਸਾ, ਉਹਦੇ ਬਿਨਾਂ ਬਣਨ ਨਹੀਂ ਦਿੰਦੇ। ਚੰਨੀ ਸਾਹਿਬ ਤਾਂ ਗੱਲ ਕਰ ਲਈ ਹੈ। ਸਿੱਧੂ ਸਾਹਿਬ ਕਹਿੰਦੇ ਕਿ ਪੰਜਾਬ ਮਾਡਲ ਮੈਂ 2-2 ਹਜ਼ਾਰ ਰੁਪਇਆ, 8 ਸਿਲੰਡਰ, 5ਵੀਂ ਪਾਸ 5000 ਲੈ ਲਓ, 10ਵੀਂ ਪਾਸ 10,000, 12ਵੀਂ ਪਾਸ 12,000, ਸਕੂਟੀ ਮੈਂ ਦਊਂ ਕਾਲਜ ਜਾਣ ਨੂੰ, ਇੱਕ ਵਾਰੀ ਬਣਾ ਦਿਓ ਬਸ। ਪਹਿਲਾਂ ਰਾਜਾ ਵੜਿੰਗ ਵੀ ਕਹਿੰਦੇ ਸੀ, ਰਾਜਾ ਵੜਿੰਗ ਕਹਿੰਦੇ ਸੀ ਕਿ 2-2 ਨੋਵਾ ਕਾਰਾਂ ਆਉਣਗੀਆਂ, ਟੁੰਬਾਂ ਮਿਲਣਗੀਆਂ, ਮੁੰਡਾ ਜੰਮੂ ਤਾਂ ਤੜੱਗੀ ਮਿਲੂਗੀ, ਮੈਂ ਫਿਰ ਸਕੂਟਰੀ ਦਊਂਗਾ, ਐਂ ਕਰਕੇ ਦੱਸਦੇ ਸੀ। ਇਹ ਦੇਖੋ, ਇਹ ਮਜ਼ਾਕ ਬਣਾ ਲਿਆ, ਲੋਕਾਂ ਨੂੰ ਈਡੀਅਟ ਸਮਝਦੇ ਆ, ਪਾਗਲ ਸਮਝਦੇ ਆ। ਜਦ ਤੁਸੀਂ ਪਹਿਲਾਂ ਬਿਆਨ ਦਿੱਤੇ ਕਿ ਆਮ ਆਦਮੀ ਪਾਰਟੀ ਦਾ 1000 ਰੁਪਏ ਵਾਲਾ ਵਾਅਦਾ ਪੂਰਾ ਨਹੀਂ ਹੋ ਸਕਦਾ, ਬਜਟ ਅਲਾਉ ਨਹੀਂ ਕਰਦਾ, ਬਜਟ ਦੇ ਵਿੱਚ ਇੰਨੇ ਸਾਧਨ ਨਹੀਂ ਹੈ ਕਿ ਤੁਸੀਂ 15,000 3 ਲੱਖ ਕਰੋੜ ਦਾ ਆਪੇ ਕਰਜ਼ਾ ਸਿੱਧੇ ਤੌਰ ਤੇ ਹੈ। ਚਲੋ ਕਰਜ਼ੇ ਦੀ ਗੱਲ ਵੀ ਬਾਅਦ ਚ ਕਰਦੇ ਆ। ਹੁਣ ਤੁਸੀਂ 2000 ਕਿਵੇਂ ਦੇ ਦੋਗੇ? ਤੁਸੀਂ ਹੁਣ 5000 ਹਰ ਪੰਜਵੀਂ ਦੇ ਬੱਚੇ ਨੂੰ ਕਿਵੇਂ ਦਿਓਗੇ? 10,000 10ਵੀਂ ਤੇ 15,000 ਤੁਸੀਂ 10+2 ਵਾਲੇ ਨੂੰ, ਤੇ ਇੱਕ ਸਕੂਟਰੀ ਕਾਲਜ ਜਾਣ ਵਾਲੇ ਨੂੰ ਕਿੱਦਾਂ ਦਿਓਗੇ? ਇਹ ਇਸ ਕਿਸਮ ਦੇ ਝੂਠ। ਪਹਿਲਾਂ ਤਾਂ ਤੁਸੀਂ ਪਿਛਲੇ ਝੂਠ ਦਾ ਦੱਸੋ ਕਿ ਤੁਸੀਂ ਘਰ ਘਰ ਨੌਕਰੀ ਕਿਹਨੂੰ ਦਿੱਤੀ? ਤੁਸੀਂ ਉਹ ਤਾਂ ਕੈਪਟਨ ਸਾਹਿਬ ਨੇ ਦੇਣੀ ਸੀ, ਉਹ ਕਹਿੰਦੇ ਸਾਡੀ ਪਾਰਟੀ 'ਚ ਹੈ ਨਹੀਂ। ਹੁਣ ਨਾ ਹੋਣ, ਕੈਪਟਨ ਸਾਹਿਬ ਦੇ ਅੰਦਰ ਇਹ ਮੰਤਰੀ ਸੀ ਕਿ ਨਹੀਂ ਸੀ? ਸਿੱਧੂ ਸਾਹਿਬ ਦੱਸਣ ਕਿ ਤੁਸੀਂ 2.5 ਉਹ ਕਹਿੰਦਾ ਮੈਂ 3 ਸਾਲ ਘਰੇ ਬੈਠਾ ਰਿਹਾ, ਮੈਂ ਕਿਤੇ ਨਹੀਂ। ਜਿਹੜਾ 2 ਸਾਲ ਸਰਕਾਰ 'ਚ ਬੈਠੇ ਸੀ ਉਹਦਾ ਦੱਸ ਦੇਣ ਕਿ ਉਦੋਂ ਕੀ ਕੀਤਾ ਸੀ ਸਿੱਧੂ ਸਾਹਿਬ ਨੇ। ਉਹ ਕਹਿੰਦੇ ਮੇਰੀ ਚੱਲੀ ਨਹੀਂ ਉਦੋਂ, ਮੇਰੀ ਗੱਲ ਕੋਈ ਸੁਣਦਾ ਨਹੀਂ ਸੀ। ਚੱਲਦੀ ਤੇ ਉਹਨਾਂ ਦੀ ਹੁਣ ਵੀ ਨਹੀਂ ਚੱਲਦੀ, ਉਹਨਾਂ ਦੀ ਕੱਲ ਵੀ ਨਹੀਂ, ਉਹਨਾਂ ਦੀ ਚੱਲਣੀ ਹੈ ਨਹੀਂ, ਕਿਉਂਕਿ ਜਿਹੜੇ ਆਦਮੀ ਨੂੰ ਅਕਲ ਦਾ ਘਾਟਾ ਹੋਵੇ ਉਹਦੇ ਨਾਲ ਕੋਈ ਨਹੀਂ ਚੱਲਦਾ। ਉਹ ਕਹਿੰਦੇ ਇਸ ਵਾਰ ਪੰਜਾਬ ਦੇ ਲੋਕ ਪੰਜਾਬ ਦਾ ਵਾਰਿਸ ਆਪ ਚੁਣਨਗੇ, ਆਪਣੀ ਗੱਲ ਕਰ ਰਹੇ ਨੇ ਉਹ ਸਿੱਧੂ ਸਾਹਿਬ। ਤੇ ਚੰਨੀ ਨੂੰ ਕੌਣ ਚੁਣੂਗਾ? ਜਾਖੜ ਨੂੰ ਕੌਣ ਚੁਣੂਗਾ ਜੇ ਇਹਨਾਂ ਨੂੰ ਵਾਰਿਸ ਆਪ ਚੁਣਨਗੇ? ਦੇਖੋ, ਇਸ ਕਿਸਮ ਦੀਆਂ ਗੱਲਾਂ ਕਰ ਦੇਣੀਆਂ ਬਹੁਤ ਅੱਛੀਆਂ ਲੱਗਦੀਆਂ, ਮਰਾਸੀਆਂ ਵਾਂਗੂ ਬੋਲਣਾ ਬਹੁਤ ਲੋਕਾਂ ਨੂੰ ਚੰਗਾ ਲੱਗਦਾ, ਤਾੜੀ ਵੱਜ ਜਾਂਦੀ ਹੈ, ਪਰ ਲੋਕ ਸਮਝਦੇ ਆ। ਪਰ ਅਕਾਲੀ ਦਲ ਕੋਲ ਕੀ ਹੈ ਫਿਰ? ਜੇ ਤੁਸੀਂ ਕੰਡੈਮ ਕਰਦੇ ਹੋ ਕਿ ਆਮ ਆਦਮੀ ਪਾਰਟੀ ਕੋਲ ਕੁਝ ਨਹੀਂ, ਕਾਂਗਰਸ ਕੋਲ ਕੁਝ ਨਹੀਂ, ਫਿਰ ਅਕਾਲੀ ਦਲ ਕੋਲ ਕੀ ਹੈ ਲੋਕਾਂ ਲਈ? ਅਕਾਲੀ ਦਲ ਕੋਲ ਇਤਿਹਾਸ ਹੈ। ਅਕਾਲੀ ਦਲ ਨੇ ਜੋ ਕਿਹਾ ਸੋ ਕੀਤਾ। ਅਕਾਲੀ ਦਲ ਨੇ ਪੰਜਾਬ ਨੂੰ 6,500 ਮੈਗਾਵਾਟ ਬਿਜਲੀ ਦੇ ਨਵੇਂ ਕਾਰਖਾਨੇ ਲਾ ਕੇ, ਪਹਿਲਾਂ ਸਿਰਫ 6000 ਸੀ। ਉਹ ਕਹਿੰਦੇ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸੀ, ਅਸੀਂ ਸਸਤੀ ਕੀਤੀ। ਬਿਜਲੀ ਸਰਪਲਸ ਇਹਨਾਂ ਨੇ ਕਿੱਥੋਂ ਸਸਤੀ ਕਰਤੀ? ਜੇ ਬਿਜਲੀ ਹੀ ਨਾ ਹੁੰਦੀ ਤਾਂ ਕਿੱਥੋਂ ਦਿੰਦੇ? ਜੇ 6,500 ਮੈਗਾਵਾਟ ਬਿਜਲੀ ਨਾ ਹੁੰਦੀ ਕੀ ਕਰਦੇ? ਇਹਨਾਂ ਨੇ ਬਠਿੰਡੇ ਦਾ ਇੱਕ ਬੰਦ ਜ਼ਰੂਰ ਕਰਤਾ, ਜਿਹੜਾ ਕਿ 25 ਸਾਲ ਚੱਲ ਸਕਦਾ ਸੀ। ਜਿਹੜਾ 3000 ਕਰੋੜ ਦੇ ਮੁੱਲ ਦੀ ਮਸ਼ੀਨਰੀ ਸੀ ਉਹ 600 ਕਰੋੜ 'ਚ ਵੇਚਤੀ। ਇਹ ਤਾਂ ਇਹਨਾਂ ਨੇ ਪੰਜਾਬ ਦਾ ਵਾਧਾ ਕੀਤਾ। ਮਨਪ੍ਰੀਤ ਜੀ ਦੇ ਭਰਾ ਨੇ ਜੋਜੋ ਨੇ ਉੱਥੋਂ ਰੇਤਾ ਪਟ ਵੇਚਤਾ। ਇਹ ਤਾਂ ਜ਼ਰੂਰ ਕੀਤਾ ਇਹਨਾਂ ਨੇ। ਇਹ ਮੈਨੂੰ ਦੱਸਣ ਕਿ ਐਤਕੀ ਨਵੇਂ ਕਨੈਕਸ਼ਨ ਕਿਉਂ ਬੰਦ ਹੋ ਗਏ ਇੰਡਸਟਰੀ ਦੇ? ਵੈਲਫੇਅਰ ਸਕੀਮਸ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ, ਅਕਾਲੀ ਦਲ ਕੀ ਕਹਿੰਦਾ? ਮੈਂ ਦੱਸ ਰਿਹਾ ਡਿਵੈਲਪਮੈਂਟ ਦਾ। ਮੈਂ ਤੁਹਾਨੂੰ ਦੱਸਿਆ ਕਿ ਪੂਰੇ ਪੰਜਾਬ ਦੀਆਂ ਸੜਕਾਂ ਦੇਖੋ, ਪੂਰੇ ਪੰਜਾਬ ਦੇ ਪੁਲ ਦੇਖੋ, ਪੂਰੇ ਪੰਜਾਬ ਦੇ 에ਅਰਪੋਰਟਸ ਦੇਖੋ। ਨੋ ਆਨਗੋਇੰਗ ਪ੍ਰੋਜੈਕਟ 10 ਸਾਲ 'ਚ ਹੀ ਹੋਏ ਆ, ਉਦੋਂ ਪਹਿਲਾਂ ਕਿਉਂ ਨਾ ਹੋ ਗਏ? ਵਾਈ ਆਨਗੋਇੰਗ ਪ੍ਰੋਜੈਕਟਸ? 35,000 ਕਰੋੜ ਦਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਪੰਜਾਬ 'ਚ, ਰੋਡ ਦਾ ਤੇ ਬ੍ਰਿਜਸ ਦਾ ਹੋਣਾ ਕੋਈ ਛੋਟੀ ਚੀਜ਼ ਹੈ? ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੋਸ਼ਲ ਅਪਲਿਫਟਮੈਂਟ ਕਰਨੀ ਹੈ, ਉਹ ਵੀ ਕਰਾਂਗੇ। ਅਸੀਂ ਕਹਿ ਰਹੇ ਹਾਂ ਕਿ ਅਸੀਂ 10 ਲੱਖ ਤੱਕ ਦੀ ਲੋਕਾਂ ਨੂੰ ਇੰਸ਼ੋਰੈਂਸ ਦੇਵਾਂਗੇ ਇਲਾਜ ਕਰਾਉਣ ਲਈ, ਹਰ ਪਰਿਵਾਰ ਨੂੰ। ਅਸੀਂ 10 ਲੱਖ ਤੱਕ। ਅਜਿਹਾ ਕੀ ਹੈ ਜਿਹੜਾ ਅਕਾਲੀ ਦਲ ਦੇ ਸਮੇਂ ਹੁੰਦਾ ਸੀ ਕਾਂਗਰਸ ਨੇ ਨਹੀਂ ਕੀਤਾ? ਅਜਿਹਾ ਕੀ ਹੈ ਜਿਹੜਾ ਅਕਾਲੀ ਦਲ ਨੇ ਕੀਤਾ ਸੀ ਤੇ ਕਾਂਗਰਸ ਨੇ ਕਰਤਾ ਨਹੀਂ ਕੀਤਾ ਸੀ? ਤੁਸੀਂ ਮੈਨੂੰ ਦੱਸੋ, ਖਜ਼ਾਨਾ ਖਾਲੀ ਦੇ ਇਲਾਵਾ ਕੁਝ ਕਿਹਾ?
ਅਕਾਲੀ ਦਲ ਨੇ ਕਦੇ ਕਿਹਾ ਖਜ਼ਾਨਾ ਖਾਲੀ ਜਾਂ ਪਰ ਲਾਸਟ 'ਚ ਤਾਂ ਖਜ਼ਾਨਾ ਖੋਲਤਾ ਕਹਿੰਦਾ ਹੁਣ ਲਾਸਟ ਖੋਲਿਆ ਕਾਹਦਾ ਹੈ? ਗਵਰਨਮੈਂਟ ਆਫ ਇੰਡੀਆ ਤੋਂ 3500 ਕਰੋੜ ਜਿਹੜਾ ਲਿਆ ਹੈ ਉਹਨੂੰ ਵੰਡਣਾ ਸ਼ੁਰੂ ਕਰ ਲਿਆ। 36000 ਮੁਲਾਜ਼ਮਾਂ ਦੇ ਬੋਰਡ ਨਹੀਂ ਦੇਖੇ ਤੁਸੀਂ ਪੰਜਾਬ 'ਚ ਲੱਗੇ ਪੱਕੇ ਮੁਲਾਜ਼ਮ? 36000 ਘੱਟ ਲਿਖਤੇ 3,60,000 ਲਿਖ ਦਿੰਦੇ। ਜੇ ਗਾਪੀ ਲਾਣੀ ਸੀ ਤਾਂ ਹੋਰ ਛਾਲ ਮਾਰ ਲੈਂਦੇ। ਇਹਨਾਂ ਨੇ ਗਾਪੀ ਹੈ, ਮੈਨੂੰ ਦੱਸ ਦਿਓ, ਤੁਸੀਂ ਬਾਹਰ ਨਿਕਲ ਜਾਓ ਸੜਕ ਤੇ, ਉਹ ਹੌਕਾ ਲਵਾਓ। ਉਹ ਕਹਿੰਦੇ ਅਸੀਂ ਕਰਤੇ ਸੀ, ਗਵਰਨਰ ਸਾਹਿਬ ਨੇ ਸਾਈਨ ਨਹੀਂ ਕੀਤੇ। ਇਹਨਾਂ ਨੂੰ ਪਤਾ ਸੀ ਸਾਈਨ ਨਹੀਂ ਹੋਣੇ, ਤਾਂ ਹੀ ਮੂਰਖ ਬਣਾਇਆ ਸੀ। ਇਹਨਾਂ ਨੂੰ ਪਤਾ ਸੀ ਸਾਈਨ ਨਹੀਂ ਹੋਣੇ, ਇਹਨਾਂ ਨੇ ਕਰਨਾ ਸੀਗਾ ਇਹ ਤਾਂ ਜਦ ਆਏ ਸੀ ਜਿੱਦਣ ਰਾਜ ਚੋਦਨ ਕਿਉਂ ਨਹੀਂ ਕੀਤਾ? ਉਦੋਂ ਕੈਪਟਨ ਦੇ ਸਿਰ ਉਹਨੇ ਅਸੀਂ 1500 ਪੈਨਸ਼ਨ ਕਰ ਦਿੱਤੀ ਹੈ। 1500 ਜੇ ਪੈਨਸ਼ਨ ਕਰ ਦਿੱਤੀ, 1 ਮਹੀਨਾ ਦਿੱਤੀ, ਦੈਟਸ ਆਲ। ਕਹਿੰਦੇ ਔਰਤਾਂ ਨੂੰ ਅਸੀਂ ਫ੍ਰੀ ਸਫ਼ਰ ਕਰ ਦਿੱਤਾ। ਫ੍ਰੀ ਸਫ਼ਰ ਉਹ ਬੱਸਾਂ ਤੇ ਕਰ ਦਿੱਤਾ ਜਿਹੜੀਆਂ ਬੱਸਾਂ ਪਹਿਲਾਂ ਹੀ ਅੱਧੀਆਂ ਖਾਲੀ ਚੱਲਦੀਆਂ ਸੀ। ਤੁਸੀਂ ਉਹ ਕਹਾਵਤ ਨਹੀਂ ਸੁਣੀ ਕਿ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ? ਸੁਣੀ ਨਹੀਂ ਤੁਸੀਂ? ਉਹ ਸਾਰੇ ਜਗ੍ਹਾ ਪ੍ਰਚਾਰੀ ਗਈ ਹੈ ਕਿ ਮਸਲੇ ਹੱਲ ਨੇ। ਹਾਂ, ਬਿਲਕੁਲ ਹੱਲ ਹੋ ਗਏ। ਇਹ ਐਲਾਨ ਸਿੰਘ ਦਾ ਨਾਮ ਮਿਲ ਗਿਆ ਇਹਨਾਂ ਨੂੰ ਚੰਨੀ ਤੋਂ, ਐਲਾਨ ਹੀ ਐਲਾਨ ਕੀਤਾ। ਉਹ ਤਾਂ ਵਿਰੋਧੀ ਕਹਿੰਦੇ ਨੇ, ਤੁਸੀਂ ਕਹਿੰਦੇ ਹੋ ਕਹਿੰਦੇ ਵਿਸ਼ਵਾਸਜੀਤ ਸਿੰਘ। ਮੈਂ ਵਿਸ਼ਵਾਸਜੀਤ ਸਿੰਘ ਨਹੀਂ, ਲਾਰੇਬਾਜ਼ ਸਿੰਘ। ਤੁਸੀਂ ਇਹਨਾਂ ਨੂੰ ਗੱਲ ਪੁੱਛੋ, ਪਹਿਲਾਂ ਘਰ ਦੇ ਮਸਲੇ ਤਾਂ ਹੱਲ ਕਰ ਲਓ, ਪਹਿਲਾਂ ਇਹ ਤਾਂ ਤੈਅ ਕਰ ਲਓ ਕਿ ਤੂੰ ਅੱਗੇ ਹੈ ਕਿ ਸਿੱਧੂ ਅੱਗੇ ਹੈ ਕਿ ਜਾਖੜ ਅੱਗੇ ਹੈ, ਪਹਿਲਾਂ ਇਹ ਤਾਂ ਤੈਅ ਕਰ ਲਓ। ਤੁਸੀਂ ਤੁਹਾਡੇ 3 ਪਹੀਆਂ ਦੀ ਉਹ ਗਵਰਨਮੈਂਟ ਹੈ, 3 ਪਹੀਆਂ ਦੀ ਉਹ ਪਾਰਟੀ ਹੈ ਜਿਹਦੇ ਕੋਈ ਵੀ ਪਹੀਆ ਸਿੱਧਾ ਨਹੀਂ ਚੱਲਦਾ। ਅਸੀਂ ਪੁੱਛਿਆ ਉਹਨਾਂ ਨੂੰ ਕਿ ਬਗਾਵਤ ਬਹੁਤ ਹੋ ਰਹੀ ਹੈ, ਬਹੁਤ ਤ੍ਰਿਪਤ ਬਾਜਵਾ ਕਹਿੰਦੇ ਮੇਰੇ ਮੁੰਡੇ ਨੂੰ ਦੇ ਦਿਓ, ਰਾਣਾ ਗੁਰਜੀਤ ਕਹਿੰਦਾ ਮੇਰੇ ਮੁੰਡੇ ਨੂੰ, ਨਵਤੇਜ ਚੀਮਾ ਆਪਸ 'ਚ ਬਹੁਤ ਲੜ ਰਹੇ ਨੇ, ਨਵੀਸ਼ਾ ਮਹਿਤਾ ਛੱਡ ਗਈ, ਮੋਹਿੰਦਰ KP ਨਾਰਾਜ਼ ਹੋ ਗਏ, ਡਾਕਟਰ ਹਰਜੋਤ ਕਮਲ ਨਾਰਾਜ਼ ਹੋ ਗਏ, ਹੋਰ ਬਹੁਤ ਸਾਰੇ। ਉਹ ਕਹਿੰਦੇ ਸਾਡੀਆਂ ਟਿਕਟਾਂ ਨੂੰ ਲੜਾਈ ਇਸ ਕਰਕੇ ਹੈ ਕਿ ਹਰ ਕੋਈ ਲੈਣਾ ਚਾਹੁੰਦਾ, ਬੁੱਕਤ ਹੈ ਟਿਕਟ ਦੀ। ਬੁੱਕਤ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਹੈ, ਇਹਨਾਂ ਦੀ ਬੁੱਕਤ ਤਾਂ ਰਾਹੁਲ ਜੀ ਦੀ ਬਹੁਤ ਜ਼ਿਆਦਾ ਬੁੱਕਤ ਹੈ। ਅੱਜ ਉਹ UP 'ਚ ਜਾ ਵੀ ਨਹੀਂ ਰਹੇ, ਉਹ ਅਮੇਥੀ 'ਚ ਮੁੜ ਕੇ ਜਾ ਕੇ ਨਹੀਂ ਮਿਲੇ। ਬੁੱਕਤ ਦੀ ਗੱਲ ਨਹੀਂ ਹੈ ਇਹਨਾਂ 'ਚ, ਆਪਸ ਦੇ ਵਿੱਚ ਯੂਨੈਨਿਮਿਟੀ ਨਹੀਂ ਹੈ, ਡਿਸਿਪਲਿਨ ਨਹੀਂ ਹੈ, ਇਹਨਾਂ ਦੀ ਕਲੈਰਿਟੀ ਨਹੀਂ ਹੈ ਕਿ ਲੀਡਰਸ਼ਿਪ ਕੌਣ ਹੈ। ਇਹ ਅੱਜ ਵੀ ਇੱਕ ਦੂਜੇ ਨੂੰ ਕੱਟ ਰਹੇ ਹਨ। ਚਲੋ ਪੰਜਾਬੀ ਜਦੋਂ ਵੋਟ ਪਾਉਣਗੇ ਹੁਣ 20 ਫਰਵਰੀ ਨੂੰ, ਕੀ ਸੋਚਣ, ਕੀ ਸੋਚ ਕੇ ਵੋਟ ਦੇਣ? ਪੰਜਾਬੀ ਇਹ ਸੋਚਣਾ ਚਾਹੀਦਾ ਹੈ ਪੰਜਾਬ ਦੀ ਮਾਂ ਪਾਰਟੀ ਕੌਣ ਹੈ, ਪੰਜਾਬ ਦੇ ਭਲੇ ਬਾਰੇ ਸੋਚਣ ਵਾਲੀ ਕੌਣ ਹੈ, ਕਿਹੜੀ ਪਾਰਟੀ ਹੈ ਜਿਹੜੀ ਪੰਜਾਬੀਆਂ ਦੇ ਕਹੇ ਤੇ ਪੰਜਾਬ 'ਚ ਬੈਠ ਕੇ ਫੈਸਲੇ ਕਰੂ। ਜਿਹੜੀਆਂ ਪਾਰਟੀਆਂ ਦੇ ਫੈਸਲੇ ਦਿੱਲੀ ਤੋਂ ਲਿਖ ਕੇ ਆਉਣਗੇ ਤੇ ਇੱਥੇ ਐਲਾਨ ਹੋਣਗੇ, ਡੱਬੇ 'ਚ ਬੰਦ ਜਿਨ੍ਹਾਂ ਦੀਆਂ ਚਿੱਠੀਆਂ ਆਉਣਗੀਆਂ, ਉਹ ਕੰਮ ਨਹੀਂ ਬਣਨਾ। ਪੰਜਾਬ ਇਹ ਦੇਖੂਗਾ ਕਿ ਕਿਹਨੇ ਪਿਛੋਕੜ 'ਚ ਕੰਮ ਕੀਤਾ, ਕਿਹਨੇ ਡਿਵੈਲਪਮੈਂਟ ਕੀਤੀ, ਕਿਹੜਾ ਵਾਅਦੇ ਕਰਦਾ ਤੇ ਵਾਅਦੇ ਪੂਰੇ ਕਰਦਾ। ਸਟੇਬਿਲਿਟੀ, ਪੀਸ। ਪੰਜਾਬ ਦੇ ਬੰਦੇ ਇਹ ਸੋਚਣਗੇ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਿਉਂ ਹੁੰਦੀ ਹੈ ਜਦ ਅਕਾਲੀ ਦਲ ਹੁੰਦਾ ਹੈ, ਪੰਜਾਬ ਦੇ ਵਿੱਚ ਬੰਬ ਬਲਾਸਟ, ਪੰਜਾਬ ਦੇ ਵਿੱਚ ਗੈਂਗਸਟਰ, ਪੰਜਾਬ ਦੇ ਵਿੱਚ ਬੇਅਦਬੀਆਂ ਕਿਉਂ ਹੁੰਦੀਆਂ ਜਦ ਕਾਂਗਰਸ ਦਾ ਰਾਜ ਆਉਂਦਾ ਹੈ। ਲੋਕ ਇਹ ਸੋਚਣਗੇ। ਲੋਕ ਇਹ ਵੀ ਸੋਚਣਗੇ ਕਿ ਪੰਜਾਬ ਦੇ ਵਿੱਚ ਕਿਹੜੇ ਬੰਦੇ ਹੈ ਜਿਹੜੇ ਵਾਅਦਾ ਕਰਕੇ ਪੂਰਾ ਕਰਦੇ ਹੈ, ਕਿਹੜੇ ਬੰਦੇ ਆ ਜਿਹੜੇ ਫਾਰਮ ਭਰਾ ਕੇ ਲੋਕਾਂ ਨੂੰ ਲੁਭਾ ਕੇ ਬਾਅਦ ਦੇ ਵਿੱਚ ਕੋਈ ਗਰੰਟੀ ਨਹੀਂ ਆਉਂਦੀ, ਝੂਠੀ ਗਰੰਟੀ ਨੂੰ ਲੋਕ ਵੋਟ ਨਹੀਂ ਪਾਉਣ ਵਾਲੇ। ਬਹੁਤ ਧੰਨਵਾਦ ਹਰੀਸ਼ ਰਾਏ ਢਾਂਡਾ ਜੀ ਗੱਲਬਾਤ ਕਰਨ ਦੇ ਲਈ। ਤਾਂ ਐਡਵੋਕੇਟ ਹਰੀਸ਼ ਰਾਏ ਢਾਂਡਾ ਹੋਰਾਂ ਨਾਲ ਗੱਲਬਾਤ ਕੀਤੀ ਹੈ। ਉਹ ਆਤਮ ਨਗਰ ਤੋਂ ਕੰਟੈਸਟ ਕਰ ਰਹੇ ਨੇ। 20 ਫਰਵਰੀ ਨੂੰ ਵੋਟਾਂ ਨੇ, 10 ਮਾਰਚ ਨੂੰ ਰਿਜ਼ਲਟ ਨੇ। ਦੇਖਣਾ ਹੋਏਗਾ ਪੰਜਾਬ ਦੀ ਜਨਤਾ, ਆਤਮ ਨਗਰ ਦੀ ਜਨਤਾ ਕਿੱਥੇ ਮੋਹਰਾ ਲਾਉਂਦੀ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਨਾ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ।